ओ शरदा धार के संगत विच आ जा, इच्छा सब होण पूरियां। शरदा धार के संगत विच इच्छा सब होण पूरियां। राधा धार के जगत विच आ जा, इच्छा सब होण पूरियां। राधा धार के संगत विच आ जा, इच्छा सब होण पूरियां। शरदा धार के संगत विच आ जा, इच्छा सब होण पूरियां। शरदा धार के संगत विच आ जा, इच्छा सब होण पूरियां। शरदा धार के संगत विच आ जा, इच्छा सब होण पूरियां। संगत विच आ जा, इच्छा सब होण पूरियां। शरदा धार के संगत विच आ जा, इच्छा सब होण पूरियां। इच्छा सबे होण पूरियां। इच्छा सबे तेरियां होण पूरियां। इच्छा सबे होण पूरियां। इच्छा सबे होण पूरियां। प्यारे दी इच्छा सबे होण पूरियां। प्यारे दी इच्छा सबे होण पूरियां। इच्छा सबे होण पूरियां। प्यारे दी इच्छा सबे होण पूरियां। प्यारे जी इच्छा सब होण पूरियां। इच्छा पूर्ण सर्व सुख दाता, जाके बस है काम तेना। बस है काम तेना, जाके बस है काम तेना। सो ऐसा हर ध्याई है मेरे रीड़े, ता सर्व सुख पावे मेरे मना। जप मन सतनाम सदा सतनाम। मन सतनाम सदा सतनाम। हर पलत मुख उजर होई है, नित ध्याई है हर निरंजना। जह हर सिमरन पया तह अपाद गत कीनी। ओ पाद गत कीनी वड भागी हर जपना।
ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਕਰਨਾ ਜਪ ਹਰ ਭਵ ਜਲ ਤਰਨਾ ਜਪ ਹਰ ਭਵ ਜਲ ਕਰਨਾ ਇੱਛਾ ਧਾਰ ਕੇ ਸੰਗਤ ਵਿੱਚ ਆ ਜਾ ਇੱਛਾ ਸਭੇ ਹੋਣ ਪੂਰੀਆਂ ਓ ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ ਇੱਛਾ ਸਭੇ ਹੋਣ ਪੂਰੀਆਂ ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ ਇੱਛਾ ਸਭੇ ਹੋਣ ਪੂਰੀਆਂ ਓ ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ ਇੱਛਾ ਸਭੇ ਹੋਣ ਪੂਰੀਆਂ ਸਭੇ ਹੋਣ ਪੂਰੀਆਂ ਓ ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ ਇੱਛਾ ਸਭੇ ਹੋਣ ਪੂਰੀਆਂ ਜੁਗੋ ਜੁਗ ਅਟਲ ਸਤਿਗੁਰੂ ਤਾਕਤ ਜਬਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਾਜ਼ਰੀ ਅਤੇ ਹਜ਼ੂਰੀ ਦੇ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਾਹਿਬਾਨ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਵਡਭਾਗਾ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਸਤਸੰਗ ਦੀਵਾਨਾਂ ਦਾ ਪ੍ਰਾਪਤ ਹੋਇਆ ਹੈ। ਬਾਬਾ ਬੂਲਾ ਜੀਆਂ ਦੇ ਅਸਥਾਨ ਦੇ ਉੱਤੇ ਜਿਸ ਤਰ੍ਹਾਂ ਬਹੁਤ ਸਮੇਂ ਤੋਂ ਲੈ ਕੇ ਸੰਗਤਾਂ ਉਪਰਾਲਾ ਕਰਦੀਆਂ ਨੇ, ਸੰਗਤ ਬੱਲੋ ਦੀ, ਸੰਗਤ ਨਗਰ ਚਾਓ ਦੀ, ਇਸੇ ਤਰ੍ਹਾਂ ਸਾਰੇ ਇਲਾਕੇ ਦੇ ਨਗਰ ਇਲਾਕੇ ਦੀਆਂ ਸੰਗਤਾਂ ਸਾਂਝੇ ਤੌਰ ਤੇ ਉਪਰਾਲਾ ਕਰਦੀਆਂ ਹਨ। ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਰੱਖੇ ਜਾਂਦੇ ਨੇ, ਜੋ ਪਰਸੋਂ ਨੂੰ ਭਾਵ 15 ਤਰੀਕ ਨੂੰ ਇੱਥੇ 10:30 11 ਵਜੇ ਦੇ ਨਾਲ ਹੋਣਗੇ। ਉਦੋਂ ਪਹਿਲਾਂ 2 ਦਿਨ ਦੇ ਅੱਜ ਸ਼ਬਦ ਗੁਰੂ ਚੇਤਨਾ ਸਮਾਗਮ ਰੱਖੇ ਗਏ, ਜਿਹਦੇ ਨਾਲ ਸੰਗਤਾਂ ਦੇ ਮਨਾਂ ਵਿੱਚ ਚਾਅ ਉਤਸ਼ਾਹ ਪੈਦਾ ਹੋਵੇ। ਨਾਲ ਦੀ ਨਾਲ ਗੁਰੂ ਘਰ ਦੀ ਵਿਚਾਰ, ਗੁਰਮਤਿ ਦੀ ਵਿਚਾਰ ਆਪਾਂ ਸਰਵਣ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾ ਸਕੀਏ। ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਸਾਨੂੰ ਗੁਰੂ ਘਰ ਦੇ ਵੱਲੋਂ ਦਾਤ ਮਿਲੀ ਹੈ। ਆਪਣਿਆਂ ਦਾ ਭਲਾ, ਆਪਣੇ ਪਰਿਵਾਰ ਦਾ, ਆਪਣੀ ਕੌਮ ਦਾ ਭਲਾ ਸਾਰੇ ਹੀ ਮੰਗਦੇ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਆਵਾਜ਼ ਦਿੱਤੀ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿਤੈ ਲਿਹੋ ਉਬਾਰ। ਜਗਤ ਜਲੰਦੇ ਦੀ ਗੁਰੂ ਸਾਹਿਬਾਂ ਨੇ ਗੱਲ ਕੀਤੀ। ਜੇ 4 ਉਦਾਸੀਆਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀਆਂ, ਭਾਈ ਗੁਰਦਾਸ ਜੀ ਆਖਦੇ ਐ, ਬਾਬੇ ਦੇਖਿਆ ਧਿਆਨ ਧਰ। ਭਾਈ ਗੁਰਦਾਸ ਜੀ ਕਹਿੰਦੇ, ਬਾਬੇ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। ਕਹਿੰਦੇ ਗੁਰੂ ਸਾਹਿਬਾਂ ਨੇ ਆਪਣੀ ਸੁਰਤ ਨਾਲ, ਆਪਣੇ ਧਿਆਨ ਦੇ ਨਾਲ ਜਦੋਂ ਸੰਸਾਰ ਨੂੰ ਤੱਕਿਆ, ਦੁਨੀਆ ਨੂੰ ਤੱਕਿਆ, ਜਲਦਾ ਬਲਦਾ ਸੰਸਾਰ ਨਜ਼ਰ ਆਇਆ, ਬਾਹਰੋਂ ਨਹੀਂ ਅੰਦਰੋਂ।
ਤ੍ਰਿਸ਼ਨਾ ਦੇ ਨਾਲ, ਈਰਖਾ ਦੇ ਨਾਲ, ਹੰਕਾਰ ਦੇ ਨਾਲ, ਅਗਿਆਨ ਦੇ ਨਾਲ ਜਲਦੀ ਬਲਦੀ ਪ੍ਰਿਥਵੀ ਨਜ਼ਰ ਆਈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ। ਹੰਸ ਹੇਤ ਲੋਭ ਕੋਪ। ਹੰਸ ਹਿੰਸਾ ਹੰਕਾਰ ਨੂੰ ਵੀ ਆਖਦੇ। ਹੰਸ ਹੇਤ, ਹੇਤ ਮੋਹ ਨੂੰ ਕਹਿੰਦੇ। ਹੰਸ ਹੇਤ ਲੋਭ ਕੋਪ। ਕੋਪ ਕ੍ਰੋਧ ਨੂੰ ਕਹਿੰਦੇ ਆ। ਲੋਭ ਦਾ ਆਪਾਂ ਨੂੰ ਪਤਾ ਹੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅਗ। ਪਵਹਿ ਦੱਜੈ ਨਾਨਕਾ ਤਰੀਐ ਚਰਨੀ ਲੱਗ। ਕਹਿੰਦੇ ਇਹਨਾਂ ਨਦੀਆਂ ਦੇ ਵਿੱਚ ਸੰਸਾਰ ਡਿੱਗਿਆ ਹੋਇਆ। ਭਗਤ ਫਰੀਦ ਜੀ ਆਖਦੇ ਨੇ, ਕਿਛ ਨਾ ਸੂਝੈ ਕਿਛ ਨਾ ਬੂਝੈ ਦੁਨੀਆ ਗੁੱਜੀ ਪਾਹੇ। ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹੋਂ ਪੀ ਦੱਜਾ ਆਹੇ। ਪਾਹੇ ਭਾ ਕਹਿੰਦੇ ਨੇ ਅੱਗ ਨੂੰ। ਕਹਿੰਦੇ ਗੁੱਜੀ ਅੱਗ ਬਲ ਰਹੀ ਹੈ ਸੰਸਾਰ ਵਿੱਚ। ਕਿਛ ਨਾ ਸੂਝੈ ਕਿਛ ਨਾ ਬੂਝੈ ਦੁਨੀਆ ਗੁੱਜੀ ਪਾਹੇ। ਗੁੱਜੀ ਭਾਵ ਗੁੱਜੀ ਅੱਗ ਬਲ ਰਹੀ ਹੈ ਜਿਹੜੀ ਦਿਸਦੀ ਨਹੀਂ ਹੈ ਕਿਸੇ ਨੂੰ। ਈਰਖਾ ਕਿਹੜਾ ਨਜ਼ਰ ਆਉਂਦੀ, ਤ੍ਰਿਸ਼ਨਾ ਕਿਹੜਾ ਨਜ਼ਰ ਆਉਂਦੀ ਹੈ, ਲਾਲਚ ਹੰਕਾਰ ਕਿਹੜਾ ਨਜ਼ਰ ਆਉਂਦਾ। ਲਾਲਚ ਦਾ ਉਦੋਂ ਹੀ ਪਤਾ ਲੱਗਦਾ ਹੈ, ਲਾਲਚ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਪੁੱਤਰ ਬਾਪੂ ਨੂੰ ਵੜ ਦਿੰਦਾ ਜਾ ਕੇ। ਜ਼ਮੀਨ ਪਿੱਛੇ ਮਾਇਆ ਦੀ ਖਾਤਰ ਜਾ ਕੇ ਗਵਾਂਢੀ ਨਾਲ ਲੜਦਾ। ਮਾਇਆ ਦਾ, ਲਾਲਚ ਦਾ ਉਦੋਂ ਪਤਾ ਲੱਗਦਾ। ਲੋਭ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਗੰਗੂ ਜਾ ਕੇ ਮਰਿੰਡੇ ਥਾਣੇ ਦੇ ਵਿੱਚ ਕੋਤਵਾਲ ਨੂੰ ਕਹਿੰਦਾ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਮਾਤਾ ਮੇਰੇ ਘਰ ਬੈਠੀ ਹੈ, ਆਓ ਚੱਲੋ, ਸਿਪਾਹੀ ਭੇਜੋ ਤੇ ਜਾ ਕੇ ਫੜ ਲਓ। ਲੋਭ ਦਾ ਉਦੋਂ ਪਤਾ ਲੱਗਦਾ, ਉਹ ਬਾਹਰ ਵਿਖਾਈ ਨਹੀਂ ਦਿੰਦਾ। ਉਦੋਂ ਲੋਭ ਦਾ ਪਤਾ ਲੱਗਦਾ ਵੀ ਲੋਭ ਕੀ ਹੈ, ਲਾਲਚ ਕੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਝੂਠੇ ਲਾਲਚ ਲਾਗ ਕੇ ਨਹਿ ਮਰਨ ਪਿਛਾਨਾ। ਝੂਠੇ ਲਾਲਚ ਲਾਗ ਕੇ ਨਹਿ ਮਰਨ ਪਿਛਾਨਾ। ਕਹਿੰਦੇ ਝੂਠੇ ਹੋਸ਼ੇ ਲਾਲਚ ਦੇ ਵਿੱਚ ਲੱਗ ਕੇ ਬੰਦੇ ਨੂੰ ਮਰਨਾ ਵੀ ਵਿਸਰ ਜਾਂਦਾ। ਮਰਨਾ ਵੀ ਵਿਸਰ ਜਾਂਦਾ, ਭੁੱਲ ਜਾਂਦਾ ਵੀ ਮੈਂ ਇਸ ਜਗ ਤੇ ਘੜੀ ਮੋਹਤ ਦਾ ਪ੍ਰਾਹੁਣਾ। ਮੁਕਾਮ ਕਰ ਘਰ ਬੈਸਣਾ ਨਿਤ ਚੱਲਣੇ ਕੀ ਧੋਖ। ਮੰਜ਼ਿਲ ਬਣਾਈ ਬੈਠਾ ਪਰ ਇੱਥੋਂ ਤਾਂ ਨਿਤ ਜਾਣ ਦਾ ਧੋਖਾ ਮਨ ਵਿੱਚ ਲੱਗਿਆ ਰਹਿੰਦਾ। ਮੁਕਾਮ ਤਾਂ ਕਰ ਜਾਣੀਏ ਜਾਂ ਰਹਿ ਨਿਹਚਲ ਲੋਕ। ਕਹਿੰਦੇ ਮੰਜ਼ਿਲ ਉਹ ਹੁੰਦੀ ਹੈ ਜਿੱਥੋਂ ਕਦੇ ਛੱਡ ਕੇ ਜਾਣਾ ਹੀ ਨਾ ਪਵੇ, ਜਿੱਥੋਂ ਮੁੜ ਕੇ ਜਾਣਾ ਹੀ ਨਾ ਪਵੇ। ਮੰਜ਼ਿਲ ਉਹ ਹੁੰਦੀ। ਝੂਠੇ ਲਾਲਚ ਲਾਗ ਕੇ ਨਹਿ ਮਰਨ ਪਿਛਾਨਾ। ਭਗਤ ਫਰੀਦ ਜੀ ਕਹਿੰਦੇ, ਕਿਛ ਨਾ ਸੂਝੈ ਕਿਛ ਨਾ ਬੂਝੈ ਦੁਨੀਆ ਗੁੱਜੀ ਭਾਹ। ਸਾਈਂ ਮੇਰਾ ਚੰਗਾ ਕੀਤਾ। ਕਹਿੰਦੇ ਮੇਰੇ ਮਾਲਕ ਨੇ ਚੰਗਾ ਕੀਤਾ, ਮੈਨੂੰ ਆਪਣੇ ਚਰਨੀ ਲਾ ਲਿਆ। ਸਾਈਂ ਮੇਰਾ ਚੰਗਾ ਕੀਤਾ ਨਹੀਂ ਤਾਂ ਹੌਂਪੀ ਦੱਜਾ ਆਹ। ਦੱਜਾ ਭਾਵ ਸੜਨਾ। ਕਹਿੰਦੇ ਸਾਈਂ ਨੇ ਚੰਗਾ ਕੀਤਾ, ਆਪਣੇ ਚਰਨੀ ਲਾ ਲਿਆ, ਨਹੀਂ ਤਾਂ ਮੈਂ ਵੀ ਇਸ ਗੁੱਜੀ ਅੱਗ ਦੇ ਵਿੱਚ ਸੜ ਬਲ ਜਾਂਦਾ। ਨਹੀਂ ਤਾਂ ਮੈਂ ਵੀ ਇਸੇ ਅਗਨ ਦੇ ਵਿੱਚ ਸੜ ਬਲ ਜਾਂਦਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜੈ ਨਾਨਕਾ। ਜਿਹੜੇ ਪੈਂਦੇ ਨੇ ਇਹਦੇ ਵਿੱਚ ਡਿੱਗਦੇ ਨੇ। ਪਵਹਿ ਦੱਜੈ, ਇਹਦੇ ਵਿੱਚ ਪਏ ਦੱਜੈ ਸੜ ਗਏ। ਮਨ ਕਰਕੇ ਅੰਦਰੋਂ ਸੜਦੇ ਐ। ਮਨ ਸੜਿਆ ਹੁੰਦਾ ਉਹਨਾਂ ਦਾ, ਮਨ ਕੋਲੇ ਹੋ ਜਾਂਦਾ। ਪਵਹਿ ਦੱਜੈ ਨਾਨਕਾ। ਤੇ ਸਤਿਗੁਰਾਂ ਨੇ ਜੁਗਤੀ ਵੀ ਦੱਸ ਦਿੱਤੀ। ਜੁਗਤੀ ਵੀ ਦੱਸ ਦਿੱਤੀ, ਜੇ ਅੱਗ ਦੀਆਂ ਨਦੀਆਂ 'ਚ ਡੁੱਬਦੇ ਤਾਂ ਜੁਗਤੀ ਵੀ ਦੱਸ ਦਿੱਤੀ, ਤਰੀਐ ਚਰਨੀ ਲੱਗ। ਕਹਿੰਦੇ ਜੇ ਇਹਨਾਂ 'ਚੋਂ ਬਾਹਰ ਨਿਕਲਣਾ ਚਾਹੁੰਦਾ
ਤਾਂ ਗੁਰੂ ਕਾ ਸ਼ਬਦ ਰੂਪੀ ਪੱਲਾ ਫੜਨਾ ਪਵੇਗਾ। ਤਰੀਏ ਚਰਨੀ ਲੱਗ। ਛੇਵੇਂ ਪਾਤਸ਼ਾਹ ਮਹਾਰਾਜ ਦਾ ਪੱਲਾ ਫੜਿਆ ਗਵਾਲੀਅਰ ਦੇ ਵਿੱਚ। ਗਵਾਲੀਅਰ ਦੇ ਕਿਲੇ 'ਚ ਜਿੰਨੇ ਰਾਜੇ ਕੈਦ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕੈਦਖਾਨੇ 'ਚ ਗਏ, ਜੇਲ੍ਹ 'ਚ ਗਏ, ਜਹਾਂਗੀਰ ਨੇ ਸੋਚਿਆ ਮੈਂ ਬੰਦ ਕਰਤਾ, ਪਰ ਸਤਿਗੁਰੂ ਬੰਦੀ ਛੋੜ ਬਾਣੀ ਕਹਿੰਦੀ ਗਈ ਬਹੋੜ। ਬੰਦੀ ਛੋੜ ਨਿਰੰਕਾਰ ਦੁਖਦਾਰੀ। ਗਈ ਬਹੋੜ, ਲੰਘ ਚੁੱਕੀ ਉਮਰ ਨੂੰ ਵੀ ਪਿੱਛੇ ਲੈ ਆਵੇ, ਲੰਘ ਚੁੱਕੇ ਸਮੇਂ ਨੂੰ ਵੀ ਪਿੱਛੇ ਲੈ ਆਵੇ। ਗਈ ਬਹੋੜ ਬੰਦੀ ਛੋੜ, ਬੰਦੀਆਂ ਨੂੰ ਛੁਡਾ ਲਵੇ। ਤੇ ਇੱਕ ਬੰਧਨ ਸਾਡੇ ਮਨ ਤੇ ਪਏ ਭਰਮਾਂ ਦੇ, ਵਿਕਾਰਾਂ ਦੇ। ਇੱਕ ਇਹ ਜੰਜੀਰਾਂ ਪਈਆਂ ਹੋਈਆਂ, ਭਰਮਾਂ ਦੀਆਂ ਜੰਜੀਰਾਂ, ਵਿਕਾਰਾਂ ਦੀਆਂ ਜੰਜੀਰਾਂ। ਜਿੰਨਾ ਚਿਰ ਮਨ ਨਾਲੋਂ ਭਰਮ ਨਹੀਂ ਟੁੱਟਦੇ, ਭੁਲੇਖੇ ਨਹੀਂ ਟੁੱਟਦੇ, ਉਹਨਾਂ ਚਿਰ ਮੁਕਤ ਕੋਈ ਨਹੀਂ ਹੁੰਦਾ। ਜਿਉਂਦੇ ਜੀ, ਜਿਉਂਦੇ ਜੀ ਗੁਰੂ ਸਾਹਿਬਾਂ ਨੇ ਮੁਕਤ ਹੋਣਾ ਆਖਿਆ। ਜਿਉਂਦੇ ਜੀ ਬੰਦਾ ਮਰ ਗਿਆ, ਹੰਕਾਰ ਨਹੀਂ ਗਿਆ, ਈਰਖਾ ਨਹੀਂ ਗਈ, ਲਾਲਚ ਨਹੀਂ ਗਿਆ। ਭੂਮੀਆਂ ਭੂਮ ਉੱਪਰ ਨਿਤ ਲੂਝੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁਝੈ। ਤ੍ਰਿਸ਼ਨਾ ਨਹੀਂ ਖਤਮ ਹੋਈ, ਉਹ ਕਾਹਦਾ ਮੁਕਤ ਹੋ ਗਿਆ। ਦੂਜੇ ਪਾਸੇ ਇਹੋ ਜਿਹਾ ਇਨਸਾਨ ਹੈ, ਗੁਰੂ ਦੀ ਕਿਰਪਾ ਸਦਕਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੇ ਪਰਸੇ ਨਾਹਿਨ, ਤੈਂ ਘਟ ਬ੍ਰਹਮ ਨਿਵਾਸਾ। ਜਿਹਦੇ ਅੰਦਰੋਂ ਈਰਖਾ ਤ੍ਰਿਸ਼ਨਾ ਔਗਣ ਵਿਕਾਰ ਮਰ ਗਏ ਜਿਉਂਦੇ ਜੀ, ਉਹ ਭਾਈ ਜਿਉਂਦੇ ਜੀ ਮੁਕਤ ਹੈ। ਉਹਦਾ ਇਹ ਨਹੀਂ ਵੀ ਹੁਣ ਮਰਨ ਤੋਂ ਬਾਅਦ ਮੁਕਤ ਹੋਊਗਾ, ਉਹ ਜਿਉਂਦਾ ਜਾਗਦਾ ਹੀ ਮੁਕਤ ਹੈ ਗੁਰੂ ਕਾ ਪਿਆਰਾ। ਤੇ ਜਿਹਦੀ ਆਸ਼ਾ ਤ੍ਰਿਸ਼ਨਾ ਖਤਮ ਨਹੀਂ ਹੋਈ, ਅੰਦਰੋਂ ਵਿਕਾਰ ਨਹੀਂ ਮੁੱਕੇ, ਉਹ ਭਾਵੇਂ 100 ਵਾਰੀ ਮਰੇ ਉਹ ਤਾਂ ਵੀ ਮੁਕਤ ਨਹੀਂ ਹੁੰਦਾ। ਜਿਉਂਦੇ ਜੀ, ਜਿਉਂਦੇ ਜੀ ਮਰਨ ਦਾ ਸੰਕਲਪ ਕਰ ਲੈ। ਜਿਉਂਦੇ ਜੀ ਮਰਨਾ ਤੇ ਆਪੇ ਖਤਮ ਹੋ ਜਾਵੇਗਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਜਿਉਂਦੇ ਜੀ ਸੰਕਲਪ ਕਰੀਏ ਵੀ ਮੈਂ ਜਾਗਣਾ ਜਾਗਣਾ। ਰਾਤ ਨੂੰ ਸੌਣ ਤੋਂ ਪਹਿਲਾਂ ਜਾਗਦੇ ਅਗਲੇ ਦਿਨ ਆਪੀ ਆ ਜਾਣੀ। ਜਿਉਂਦੇ ਜੀ ਮਨ ਦੇ ਵਿੱਚ ਧਾਰੀਏ। ਜਿਉਂਦੇ ਜੀ ਮਰਨਾ ਮੰਡ ਲਈਏ ਤੇ ਭਾਈ ਮਰਨਾ ਆਪਣੇ ਆਪ ਹੀ ਖਤਮ ਹੋ ਜਾਂਦਾ। ਆਉਣਾ ਜਾਣਾ ਆਪਣੇ ਆਪ ਹੀ ਖਤਮ ਹੋ ਜਾਂਦਾ। ਬਾਬੇ ਦੇਖਿਆ ਧਿਆਨ ਧਰ ਜਲਤੀ ਸਭ, ਪ੍ਰਿਥਵੀ ਦੇਸ ਆਈ। ਗੁਰੂ ਸਾਹਿਬਾਂ ਨੇ ਸਾਰੀ ਪ੍ਰਿਥਵੀ ਦੀ ਗੱਲ ਕੀਤੀ, ਜਗਤ ਜਲੰਦੇ ਦੀ ਗੱਲ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਚੌਪਈ ਸਾਹਿਬ ਵਿੱਚ ਕਹਿੰਦੇ ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ, ਇਨਸਾਨ ਤਾਂ ਆਪਾਂ ਵਿੱਚ ਹੀ ਆ ਗਏ। ਕੀੜੀ ਤੋਂ ਲੈ ਕੇ ਹਾਥੀ ਤੱਕ ਹੀ ਵਾਹਿਗੁਰੂ ਸਾਰਿਆਂ ਦੇ ਉੱਤੇ ਦ੍ਰਿਸ਼ਟੀ ਕਰੀ, ਸਾਰਿਆਂ ਤੇ ਕਿਰਪਾ ਕਰੀ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸਾਰਿਆਂ ਤੇ ਆਪਣੀ ਦ੍ਰਿਸ਼ਟ ਕਰ, ਸਾਰਿਆਂ ਤੇ ਆਪਣੀ ਕਿਰਪਾ ਕਰ। ਸੋ ਤੁਹਾਡੇ ਨਾਲ ਸ਼ਬਦ ਸਾਂਝਾ ਕੀਤਾ ਸੀ। ਤੋ ਮੈਂ ਆਇਆ, ਗੁਰੂ ਘਰ ਆਉਣ ਲੱਗਿਆ। ਤੋ ਮੈਂ ਆਇਆ, ਸ਼ਰਨੀ ਆਇਆ, ਕਿਰਪਾ ਆਇਆ, ਭਰੋਸਾ ਆਇਆ। ਸਤਿਗੁਰੂ ਦੇ ਘਰ ਆਉਣ ਲੱਗੇ ਆ, ਗੁਰੂ ਘਰ ਵਿੱਚ ਆਉਣ ਲੱਗੇ ਆ, ਗੁਰੂ ਕੀ ਸ਼ਰਨ ਆਉਣ ਲੱਗੇ ਆ। ਕਹਿੰਦੇ ਮਨ ਦੇ ਵਿੱਚ ਭਰੋਸਾ ਲੈ ਕੇ ਆਈ, ਮਨ ਵਿੱਚ ਸ਼ਰਧਾ ਤੇ ਯਕੀਨ ਲੈ ਕੇ ਆਈ। ਤੋ ਮੈਂ ਆਇਆ, ਸ਼ਰਨੀ ਆਇਆ। ਭਰੋਸਾ ਲੈ ਕੇ, ਯਕੀਨ ਲੈ ਕੇ ਗੁਰੂ ਘਰ ਆਵਾਂਗੇ, ਫਿਰ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਹੋਵੇਗੀ। ਤੋ ਮੈਂ ਆਇਆ, ਸ਼ਰਨੀ ਆਇਆ। ਇਸ ਵਾਸਤੇ ਆਇਆ ਕਿ ਸਤਿਗੁਰੂ ਮੇਰੇ ਤੇ ਕਿਰਪਾ ਕਰ, ਮੇਰੇ ਤੇ ਰਹਿਮਤ ਕਰ।
ਸਤਿਗੁਰਾਂ ਦੇ ਸਿੱਖ, ਸਤਿਗੁਰਾਂ ਦੇ ਸੇਵਕ ਸਾਰੀਆਂ ਹੀ ਦਾਤਾਂ ਗੁਰੂ ਕੋਲੋਂ ਮੰਗਦੇ, ਸਾਰੀਆਂ ਹੀ ਦਾਤਾਂ ਪਾਤਸ਼ਾਹ ਕੋਲੋਂ ਮੰਗਦੇ। ਮਾਣ ਮੰਗੂ ਤਾਣ ਮੰਗੂ ਧਨ ਲక్ష్ਮੀ ਸੁੱਤ ਦੇ। ਕਈ ਇਹ ਗੱਲਾਂ ਦੀ ਗੱਲ ਹੀ ਨਹੀਂ ਕਰਦੇ, ਕਹਿੰਦੇ ਅਰਦਾਸ ਹੀ ਨਾ ਕਰੋ ਸਤਿਗੁਰੂ ਅੱਗੇ, ਬੇਨਤੀ ਵੀ ਨਾ ਕਰੋ, ਅਰਦਾਸ ਨਾ ਕਰੋ। ਜੇ ਅਰਦਾਸ ਗੁਰੂ ਅੱਗੇ ਨਹੀਂ ਕਰਨੀ ਸਿੱਖ ਨੇ, ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਅਰਦਾਸ ਦੀ ਬਾਬਤ ਕਿੰਨੇ ਸ਼ਬਦ ਗੁਰਬਾਣੀ ਵਿੱਚ ਆਉਂਦੇ। ਜੇ ਸਤਿਗੁਰੂ ਅੱਗੇ ਅਰਦਾਸ ਨਹੀਂ ਕਰਨੀ, ਹੋਰ ਕਬਰਾਂ ਤੇ ਮੜੀਆਂ ਤੇ ਜਾ ਕੇ ਗੁੱਗੇ ਦੇ ਅੱਗੇ ਅਰਦਾਸ ਕਰਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਗੁਰੂ ਸਰੂਪ ਹੈ। ਇਦੋਂ ਵੀ ਅੱਗੇ ਸਤਿਗੁਰੂ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਆਵਰ ਨਾ ਕੋਈ। ਜਿਉਂਦੇ ਜੀ ਸਤਿਗੁਰਾਂ ਨੇ ਜਦੋਂ ਤੋਂ ਬਾਣੀ ਆਈ, ਗੁਰੂ ਅਰਜਨ ਦੇਵ ਮਹਾਰਾਜ ਦੁਨੀਆ 'ਚ ਪਹਿਲੀ ਵਾਰ ਹੋਇਆ ਆਪਣੀ ਲਿਖੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਦੋਂ ਲਿਖਿਆ ਗਿਆ ਨਾ, ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਸਤਿਗੁਰੂ ਕੋਈ ਗੱਦੀ ਲਾ ਕੇ ਨਹੀਂ ਬੈਠੇ, ਸੰਗਤ ਵਿੱਚ ਬੈਠੇ। ਤੇ ਜਦੋਂ ਰਾਤ ਨੂੰ ਕਹਿੰਦੇ ਜੀ ਇਹ ਸਰੂਪ ਆਪਾਂ ਲੈ ਕੇ ਕਿੱਥੇ ਜਾਣਾ, ਪੋਥੀ ਸਾਹਿਬ ਕਹਿੰਦੇ ਹੁੰਦੇ ਵੀ ਪੋਥੀ ਸਾਹਿਬ ਆਪਾਂ ਲੈ ਕੇ ਕਿੱਥੇ ਜਾਣੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡੇ ਕਮਰੇ ਵਿੱਚ। ਕਹਿੰਦੇ ਜੀ ਰੱਖੀਏ ਕਿੱਥੇ, ਕੋਈ ਵੱਖਰੀ ਪੀੜੀ, ਕੋਈ ਵੱਖਰਾ ਪਲੰਗ ਲਾ ਦਈਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਪਲੰਗ ਦੇ ਉੱਤੇ ਅਸੀਂ ਆਰਾਮ ਕਰਦੇ ਹੁੰਦੇ ਆ ਨਾ, ਇਹ ਪੋਥੀ ਸਾਹਿਬ ਉਸ ਪਲੰਗ ਦੇ ਉੱਤੇ, ਉਸ ਪਲੰਗ ਦੇ ਉੱਤੇ ਸੁਭਾਏਮਾਨ ਕਰ ਦਿਓ। ਸੰਗਤ ਕਹਿੰਦੀ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਪਲੰਗ ਅੱਡ ਲਾ ਦਈਏ, ਵੱਖਰਾ ਪਲੰਗ ਲਾ ਦਈਏ। ਸਤਿਗੁਰੂ ਕਹਿੰਦੇ ਸਾਡੇ ਵਾਸਤੇ ਪਲੰਗਾ ਨਾ ਲਾਇਓ, ਸਾਡੇ ਵਾਸਤੇ ਜ਼ਿਮੀ ਦੇ ਉੱਤੇ ਧਰਤੀ ਤੇ ਚਾਦਰ ਵਿਛਾ ਦਿਓ। ਅੱਜ ਤੋਂ ਬਾਅਦ ਅਸੀਂ ਥੱਲੇ ਚਾਦਰ ਤੇ ਆਰਾਮ ਕਰਿਆ ਕਰਾਂਗੇ। ਚਾਦਰ ਅੱਜ ਵੀ ਅਕਾਲ ਤਖਤ ਜਦੋਂ ਆਪਾਂ ਜਾਂਦੇ ਆ ਨਾ, ਅਕਾਲ ਤਖਤ ਸਾਹਿਬ, ਕੋਠਾ ਸਾਹਿਬ ਦੇਖਦੇ ਹਾਂ, ਉੱਥੇ ਚਾਦਰ ਵਿਛੀ ਹੁੰਦੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੁਖਾਸਨ ਹੁੰਦਾ ਨਾ, ਉਹਦੇ ਉਰਲੇ ਪਾਸੇ ਚਾਦਰ ਵਿਛੀ ਹੁੰਦੀ ਹੈ। ਇਹ ਉਸੇ ਦਾ ਪ੍ਰਤੀਕ ਹੈ। ਉਹੋ ਹੀ ਯਾਦ ਕਰਾਉਂਦੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜਿਮੀ ਤੇ ਧਰਤੀ ਤੇ ਚਾਦਰ ਵਿਛਾ ਕੇ ਆਰਾਮ ਕਰਦੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਪਲੰਗਾ ਦੇ ਦਿੱਤਾ ਸਤਿਗੁਰਾਂ ਨੇ। ਅਜੇ ਗੁਰੂ ਸ਼ਬਦ ਨਹੀਂ ਸੀ ਲੱਗਿਆ। ਗੁਰੂ ਅਰਜਨ ਦੇਵ ਮਹਾਰਾਜ ਦੇ ਸਰੀਰ ਵਿੱਚ ਵਿਆਪ ਰਹੀ ਹੈ ਗੁਰੂ ਜੋਤ। ਉਦੋਂ ਅੱਗੇ 5 ਜਾਮਿਆਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਰੀਰ 'ਚ ਰਹੀ ਗੁਰੂ ਕੀ ਜੋਤ। ਪਰ ਬਾਣੀ ਦਾ ਸਤਿਕਾਰ ਉਸੇ ਦਿਨ ਤੋਂ ਹੀ, ਜੇ ਪੁੱਤਰ ਨੇ ਇੱਕ ਪੰਕਤੀ ਬਦਲ ਦਿੱਤੀ ਗੁਰਬਾਣੀ ਦੀ, ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਪੁੱਤਰ ਰਾਮ ਰਾਏ ਨੇ ਸਰਕਾਰ ਦੀ ਸ਼ਹਿ ਦੇ ਵਿੱਚ ਆ ਕੇ, ਔਰੰਗਜ਼ੇਬ ਦੀ ਸ਼ਹਿ ਵਿੱਚ ਆ ਕੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਮਿੱਟੀ ਬੇਈਮਾਨ ਦੀ ਕਰ ਦਿੱਤਾ। ਪਤਾ ਲੱਗਿਆ ਨਾ ਜਦੋਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਨੂੰ ਸਤਿਗੁਰੂ ਕਹਿਣ ਲੱਗੇ ਅੱਜ ਤੋਂ ਬਾਅਦ ਰਾਮ ਰਾਏ ਨੂੰ ਸੁਨੇਹਾ ਦੇ ਦਿਓ, ਕਦੇ ਸਾਡੇ ਮੱਥੇ ਲੱਗਣ ਦੀ ਭੁੱਲ ਨਾ ਕਰੇ। ਰਾਮ ਰਾਏ ਸਾਡਾ ਪੁੱਤਰ ਹੀ ਨਹੀਂ, ਪੰਥ ਵਿੱਚੋਂ, ਸਿੱਖੀ ਦੇ ਵਿੱਚੋਂ ਛੇਕ ਦਿੱਤਾ ਜਿਹਨੇ ਗੁਰੂ ਨਾਨਕ ਦੀ ਬਾਣੀ ਦੀ ਇੱਕ ਪੰਕਤੀ ਬਦਲ ਦਿੱਤੀ। ਤੇ ਜਿਹੜਾ ਰਾਮ ਰਾਏ ਦੇ ਮੱਥੇ ਲੱਗੇਗਾ ਉਹ ਵੀ ਸਾਡਾ ਸਿੱਖ ਨਹੀਂ ਹੋਵੇਗਾ। ਅੱਜ ਤੱਕ 5 ਪਿਆਰੇ ਸਾਹਿਬਾਨ ਜਦੋਂ ਅੰਮ੍ਰਿਤ ਛਕਾਉਂਦੇ ਆ ਦੱਸਦੇ ਆ ਰਾਮ ਰਾਈਏ ਧੀਰ ਮਲੀਏ ਮੀਣੇ ਮਸੰਦ, ਕੁੜੀ ਮਾਰ ਨੜੀ ਮਾਰ ਸਿਰ ਗੁੰਮ,
ਇਸੇ ਤਰ੍ਹਾਂ ਹੋਰ ਵੀ ਜਿਹੜੇ ਛੇਕੇ ਹੋਏ ਪੰਥ ਚੋਂ ਵੀ ਇਹਨਾਂ ਨਾਲ ਵਰਤਣਾ ਨਹੀਂ, ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਅੱਜ ਤੱਕ ਆਖਿਆ ਜਾਂਦਾ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਇਤਿਹਾਸ ਵਿੱਚ ਲਿਖਿਆ ਵੀ ਜਿਹਦੇ ਮਨ 'ਚ ਗੁਰਬਾਣੀ ਦਾ ਭੈ ਨਹੀਂ, ਗੁਰਬਾਣੀ ਦਾ ਅਦਬ ਨਹੀਂ, ਮਹਾਰਾਜ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਹੋ ਸਕਦਾ। ਇਤਿਹਾਸਕਾਰਾਂ ਨੇ ਲਿਖਿਆ ਸਿੱਖ ਉਹ ਹੈ ਜਿਹਦੇ ਮਨ ਵਿੱਚ ਗੁਰੂ ਦਾ, ਗੁਰੂ ਕੀ ਬਾਣੀ ਦਾ ਭੈ, ਗੁਰੂ ਕੀ ਬਾਣੀ ਦਾ ਭਾਉ ਹੈ, ਨਾਲੇ ਤੇ ਗੁਰੂ ਕੀ ਬਾਣੀ ਦਾ ਨਿਰਮਲ ਡਰ ਹੈ, ਤੇ ਨਾਲੇ ਗੁਰੂ ਕੀ ਬਾਣੀ ਦਾ ਪਿਆਰ ਹੈ, ਮਨ ਦੇ ਅੰਦਰ ਪ੍ਰੇਮ ਹੈ। ਉਹ ਸਤਿਗੁਰੂ ਕਾ ਸਿੱਖ ਹੈ। ਤੇ ਜਿਹਦੇ ਅੰਦਰ ਪਿਆਰ ਨਹੀਂ ਗੁਰੂ ਕਾ, ਜਿਹਦੇ ਅੰਦਰ ਡਰ ਨਹੀਂ ਗੁਰੂ ਦਾ, ਸਤਿਗੁਰੂ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ। ਇਹ ਗੁਰਬਾਣੀ ਦਾ ਸਤਿਕਾਰ ਤੇ ਅਰਦਾਸ ਸਤਿਗੁਰਾਂ ਦੇ ਅੱਗੇ। ਸਿੱਖ ਨੇ ਸਾਰੀਆਂ ਹੀ ਦਾਤਾਂ ਮੰਗਣੀਆਂ, ਤੇ ਬਾਣੀ ਕਹਿੰਦੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਹਿੰਦੂ ਗ੍ਰੰਥਾਂ ਵਿੱਚ ਲਿਖਿਆ ਵੀ ਕਾਮ ਧੇਨ ਇੱਕ ਗਾਂ ਹੈ ਸਵਰਗਾਂ 'ਚ, ਉਹਦੇ ਤੋਂ ਜੋ ਮੰਗੋ ਮਿਲਦਾ ਹੈ। ਗੁਰੂ ਸਾਹਿਬ ਕਹਿੰਦੇ ਕਾਮ ਧੇਨ ਗੁਰੂ ਘਰ ਦੇ ਵਿੱਚ ਹੈ, ਉਹਦਾ ਨਾਮ ਕੀ ਹੈ? ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਕਾਮ ਧੇਨ ਕਹਿੰਦੇ ਇਹ ਹੈ ਵਾਹਿਗੁਰੂ ਦੇ ਗੁਣ ਗਾਉਣੇ, ਵਾਹਿਗੁਰੂ ਦਾ ਜਸ ਗਾਉਣਾ, ਬਾਣੀ ਪੜ੍ਹਨੀ। ਇਹ ਕਾਮ ਧੇਨ ਗਊ ਦੇ ਬਰਾਬਰ ਹੈ, ਇਦੋਂ ਵੀ ਉੱਪਰ ਹੈ। ਪਾਰ ਜਾਤ ਇਹ ਹਰ ਕੋ ਨਾਮ, ਕਹਿੰਦੇ ਇੱਕ ਦਰਖਤ ਹੈ ਪਾਰ ਜਾਤ, ਜੋ ਮੰਗੀਏ ਪ੍ਰਾਪਤ ਹੁੰਦਾ ਹੈ। ਸਤਿਗੁਰੂ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਹੀ ਪਾਰ ਜਾਤ ਹੈ, ਇਹ ਉਹ ਬ੍ਰਿਸ਼ ਹੈ, ਉਹ ਦਰਖਤ ਹੈ। ਵਾਹਿਗੁਰੂ ਦੇ ਨਾਮ ਵਿੱਚੋਂ ਸਭ ਦਾਤਾਂ ਪ੍ਰਾਪਤ ਹੁੰਦੀਆਂ। ਕਾਮ ਧੇਨ ਐਵੇਂ ਨਾ ਸਿੱਖੋ ਕਿਸੇ ਗਾਂ ਮਗਰ ਫਿਰੀ ਜਾਇਓ। ਕਾਮ ਧੇਨ ਹਰ ਹਰ ਗੁਣ ਗਾਮ, ਵਾਹਿਗੁਰੂ ਦੇ ਗੁਣ ਗਾਉਣੇ, ਇਹੀ ਕਹਿੰਦੇ ਕਾਮ ਧੇਨ ਗਾਂ। ਇਹਦੇ ਵਿੱਚੋਂ ਹੀ ਦਾਤਾਂ ਦੀ ਪ੍ਰਾਪਤੀ ਹੁੰਦੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਗੁਰੂ ਕੋਲ ਪਿਆਰਿਓ ਨਾਮ ਦੀ ਦਾਤ ਹੈ, ਸਿੱਖੀ ਦੀ ਦਾਤ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਤੇ ਅੱਗੇ ਗੁਰੂ ਸਾਹਿਬ ਕਹਿੰਦੇ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਕਹਿੰਦੇ ਐਸੇ ਵਾਹਿਗੁਰੂ ਦੇ ਨਾਮ ਨੂੰ ਧਿਆ ਜਪ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਰਬ ਸੁਖ, ਹੁਣ ਸਰਬ ਦੇ ਵਿੱਚ ਸਾਰੇ ਹੀ ਆ ਗਏ। ਸੋ ਐਸਾ ਹਰ ਧਿਆਈਐ। ਪਰ ਇਹ ਨਹੀਂ ਹੈ ਕਿ ਵੀ ਗੁਰੂ ਘਰ ਆ ਕੇ ਮੱਥਾ ਟੇਕ ਕੇ ਮੁੜ ਜੇ। ਪਹਿਲਾਂ ਬੰਦਾ ਸ਼ਰਾਬ ਪੀਂਦਾ ਸੀ, ਰਾਤ ਨੂੰ ਫਿਰ ਪੀ ਲਵੇ। ਪਹਿਲਾਂ ਤੰਬਾਕੂ ਚੱਬਦਾ ਸੀ, ਫਿਰ ਚੱਬੀ ਜਾਵੇ। ਬਦਲਾ ਆਵੇ ਜ਼ਿੰਦਗੀ ਦੇ ਵਿੱਚ, ਸੋ ਐਸਾ ਹਰ ਧਿਆਈਐ ਮੇਰੇ ਜੀੜੇ। ਜੇ ਬਾਣੀ ਨਹੀਂ ਸੀ ਪੜ੍ਹਦਾ, ਗੁਰੂ ਘਰ ਆਇਆ ਤੇ ਜਾ ਕੇ ਬਾਣੀ ਪੜ੍ਹਨੀ ਆਰੰਭ ਕਰੀ। ਸਤਿਗੁਰੂ ਦੇ ਦਰ ਘਰ ਆਇਆ, ਜਾ ਕੇ ਨਸ਼ਿਆਂ ਨੂੰ ਛੱਡਣ ਦਾ ਪਰਨ ਕਰੀ, ਘਟਾਉਣੇ ਆਰੰਭ ਕਰ ਦੇਵੀਂ। ਜ਼ਿੰਦਗੀ ਦੇ ਵਿੱਚ ਚੰਗਿਆਈਆਂ ਲਿਆਉਣੀਆਂ ਸ਼ੁਰੂ ਕਰ ਦਈਏ, ਗੁਣ ਲਿਆਉਣੇ ਸ਼ੁਰੂ ਕਰ ਦਈਏ। ਪਿਆਰਿਓ ਗੁਣਾਂ ਦਾ ਨਾਮ ਹੀ ਸਿੱਖੀ ਹੈ। ਕੇਵਲ ਪਹਿਰਾਵੇ ਦਾ ਨਾਂ ਸਿੱਖੀ ਨਹੀਂ ਹੁੰਦਾ। ਪੁਲਿਸ ਦੀ ਵਰਦੀ ਕਈ ਵਾਰੀ ਚੋਰ ਡਾਕੂ ਪਾ ਕੇ ਵੀ ਆ ਜਾਂਦੇ ਐ, ਚੋਰ ਡਾਕੂ ਪਾ ਕੇ ਵੀ ਆ ਜਾਂਦੇ ਐ।
ਉਹਨਾਂ ਨੂੰ ਕੋਈ ਐਸਐਸਪੀ ਮੂਹਰੇ ਜਾਂ ਡੀਜੀਪੀ ਮੂਹਰੇ ਸ਼ਾਬਾਸ਼ ਨਹੀਂ ਮਿਲਣ ਲੱਗੀ। ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਚੋਰ ਡਾਕੂ ਹੈ, ਇਹਦੇ ਕੋਲ ਤਾਂ ਡਿਗਰੀ ਕੋਈ ਨਹੀਂ, ਇਹ ਤਾਂ ਚੁਣਿਆ ਹੀ ਨਹੀਂ ਗਿਆ, ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ, ਕੇਸ ਪਾਇਆ ਜਾਂਦਾ ਉਹਦੇ ਉੱਤੇ। ਇਸੇ ਤਰ੍ਹਾਂ ਜੇ ਗੁਣ ਪੱਲੇ ਨੇ ਫਿਰ ਗੁਰੂ ਕਾ ਬਾਣਾ ਵੀ ਸੋਭਦਾ, ਜੇ ਪੱਲੇ ਗੁਣ ਨਹੀਂ ਫਿਰ ਭਾਈ ਇਹ ਪਹਿਰਾਵਾ ਜਿਹੜਾ ਇਹ ਬਾਣਾ ਜਿਹੜਾ ਇਹ ਵੀ ਇੱਕ ਪਖੰਡ ਦੀ ਨਹੀਂ ਲੱਗਦਾ। ਕਈ ਵੇਖੇ ਬਾਣਾ ਪਾ ਕੇ ਵੀ ਠੇਕਿਆਂ ਦੇ ਉੱਤੇ ਖਲੋਤੇ ਹੁੰਦੇ, ਉਹ ਆਪਣੇ ਆਪ ਨੂੰ ਨਹੀਂ, ਉਹ ਭਾਈ ਇਸ ਬਾਣੇ ਨੂੰ ਲਾਜ ਲਾ ਰਹੇ ਹੁੰਦੇ, ਗੁਰੂ ਕੇ ਬਾਣੇ। ਇੱਕ ਵਾਰ ਬੰਦਾ ਜਦੋਂ ਕੋਲ ਦੀ ਲੰਘਦਾ, ਭਾਵੇਂ ਦੰਬੀ ਹੈ ਭਾਵੇਂ ਪਖੰਡੀ ਹੈ, ਉਹਦੇ ਬਾਣਾ ਪਾਇਆ ਤੇ ਆਪਾਂ ਨੂੰ ਗੁਰੂ ਕੀ ਸਿੱਖੀ ਦੀ, ਗੁਰੂ ਸਾਹਿਬ ਦੀ ਯਾਦ ਆਵੇਗੀ ਵੀ ਗੁਰੂ ਕਾ ਸਿੱਖ ਤੁਰਿਆ ਜਾਂਦਾ। ਇਹ ਜਿਹੜੀ ਡਰੈਸ ਹੈ ਨਾ ਸਾਡੀ, ਇਹ ਐਡਰੈਸ ਚੇਤੇ ਕਰਾਉਂਦੀ ਹੈ, ਡਰੈਸ ਤੋਂ ਐਡਰੈਸ ਚੇਤੇ ਆਉਂਦਾ ਹੈ। ਇਹ ਸਾਡੇ ਕੱਪੜੇ ਪਹਿਰਾਵਾ, ਇਹ ਡਰੈਸ ਸਾਡੀ ਗੁਰੂ ਘਰ ਦਾ ਐਡਰੈਸ ਦੱਸਦੀ ਹੈ, ਸਤਿਗੁਰੂ ਦਾ ਐਡਰੈਸ ਦੱਸਦੀ ਹੈ ਵੀ ਇਹ ਕਲਗੀਆਂ ਵਾਲੇ ਦਾ ਸੇਵਕ ਹੈ। ਅੱਗੇ ਕੀ ਕਰਦਾ ਹੈ ਉਹ ਥੋੜੇ ਚਿਰ ਬਾਅਦ ਪਤਾ ਲੱਗੇਗਾ, ਪਰ ਇੱਕ ਵਾਰੀ ਚੇਤਾ ਜ਼ਰੂਰ ਆਉਂਦਾ। ਕਿਸੇ ਦੇ ਮਾੜੇ ਕੱਪੜੇ ਪਾਏ ਹੋਣ, ਭੈੜੇ ਕੱਪੜੇ ਪਾਏ ਹੋਣ, ਤੇ ਮਨ ਦੇ ਵਿੱਚ ਉਹੋ ਜਿਹੇ ਖਿਆਲ ਆਉਂਦੇ। ਜੇ ਕਿਸੇ ਦੇ ਚੰਗੇ ਕੱਪੜੇ, ਚੰਗਾ ਬਾਣਾ ਪਾਇਆ, ਇੱਕ ਵਾਰੀ ਵੇਖ ਕੇ ਚੰਗਾ ਖਿਆਲ ਮਨ ਦੇ ਵਿੱਚ ਪੈਦਾ ਹੁੰਦਾ, ਬਾਬਾ ਹੋਰ ਪਹਿਨਣਾ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ, ਮਨ ਮੈਂ ਚੱਲੇ ਬੇਕਾਰ, ਮਨ ਮੈਂ ਚੱਲੇ ਬੇਕਾਰ। ਗੁਰੂ ਸਾਹਿਬ ਆਖਦੇ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ, ਮੇਰੇ ਮਨਾ। ਗੁਰੂ ਘਰ ਆਏ ਆ ਤੇ ਕਹਿੰਦੇ ਸਤਿਗੁਰੂ ਦੀ ਸਿੱਖਿਆ ਪੱਲੇ ਬੰਨ ਕੇ ਲੈ ਕੇ ਜਾਈਏ। ਕਿਸੇ ਗਵਾਂਢੀ ਕੋਲ ਜਦੋਂ ਭਾਂਡਾ ਲੈ ਕੇ ਜਾਈਦਾ, ਬਰਤਨ ਲੈ ਕੇ ਜਾਈਦਾ, ਉਹਦੇ ਵਿੱਚ ਆਪਾਂ ਕੁਝ ਪਵਾਉਣ ਵਾਸਤੇ ਜਾਂਦੇ ਹਾਂ ਵੀ ਇਹਨੂੰ ਸਾਨੂੰ ਦੁੱਧ ਪਾ ਦਿਓ, ਸਾਨੂੰ ਆਟਾ ਦੇ ਦਿਓ, ਖੰਡ ਦੇ ਦਿਓ, ਮੋੜ ਜਾਾਂਗੇ। ਸਤਿਗੁਰੂ ਘਰ ਵੀ ਆਈਦਾ, ਦੁੱਧ ਲੈ ਕੇ ਆਉਂਦੀਆਂ ਬੀਬੀਆਂ, ਉਹ ਕਹਿੰਦੀਆਂ ਹੁੰਦੀਆਂ ਭਾਂਡਾ ਸੱਖਣਾ ਖਾਲੀ ਨਹੀਂ ਲੈ ਕੇ ਜਾਣਾ, ਬਾਬਾ ਥੋੜੀ ਦੇਗ ਹੀ ਦੇ ਦੇ, ਦੇਗ ਹੀ ਪਾ ਕੇ ਲੈ ਜਾਂਦੇ ਆ। ਚੱਲ ਖਿੱਲਾਂ ਦਾ ਮਿੱਠਾ ਪ੍ਰਸ਼ਾਦ ਹੀ ਦੇ ਦੇ, ਉਹ ਮਿੱਠਾ ਪ੍ਰਸ਼ਾਦ ਹੀ ਪਾ ਕੇ ਲੈ ਜਾਣਗੇ। ਇਸੇ ਤਰ੍ਹਾਂ ਵਿਆਹ ਸ਼ਾਦੀ ਵਾਲੇ ਘਰੋਂ ਵੀ ਭਾਂਡਾ ਸੱਖਣਾ ਨਹੀਂ ਲੈ ਕੇ ਆਉਂਦੇ, ਆਪਾਂ ਕੁਛ ਨਾ ਕੁਛ ਉਹਦੇ ਵਿੱਚ ਪਾ ਕੇ ਲਿਆਉਂਦੇ ਆ ਵੀ ਖਾਲੀ ਭਾਂਡਾ ਨਹੀਂ ਲੈ ਕੇ ਆਉਂਦੇ। ਸਤਿਗੁਰੂ ਦੇ ਦਰ ਤੇ ਆਏ ਆ, ਇੱਥੋਂ ਆਪਣਾ ਮਨ ਖਾਲੀ ਨਾ ਲੈ ਕੇ ਜਾਈਏ, ਇੱਥੋਂ ਵੀ ਆਪਣੇ ਮਨ ਦੇ ਵਿੱਚ ਗੁਰੂ ਘਰ ਵਿੱਚੋਂ ਕੁਝ ਦਾਤ ਪ੍ਰਾਪਤ ਕਰਕੇ ਲੈ ਕੇ ਜਾਈਏ। ਭਾਈ ਗੰਗਾ ਰਾਮ ਬਠਿੰਡੇ ਦੇ ਰਹਿਣ ਵਾਲਾ, ਬੜਾ ਬਾਜਰਾ ਬੀਜਦਾ, ਬੜੇ ਖੇਤ ਸਨ, ਬਾਜਰਾ ਪੱਕ ਜਾਂਦਾ ਤੇ ਭਰਦਾ ਗੱਡੇ ਆਪਣੇ ਨੌਕਰਾਂ ਚਾਕਰਾਂ ਦੇ ਨਾਲ ਵੱਖ-ਵੱਖ ਇਲਾਕਿਆਂ 'ਚ ਵੇਚਣ ਵਾਸਤੇ ਤੁਰ ਜਾਂਦਾ, ਵਪਾਰ ਕਰਦਾ। ਇਸ ਵਾਰ ਜਦੋਂ ਬਾਜਰਾ ਪੱਕਿਆ, ਗੱਡੇ ਭਰੇ ਤੇ ਅੰਮ੍ਰਿਤਸਰ ਲਾਹੌਰ ਵੱਲ ਨੂੰ ਹੋ ਤੁਰਿਆ। ਤੇ ਅੰਮ੍ਰਿਤਸਰ ਜਦੋਂ ਸੇਵਾ ਚੱਲਦੀ ਵੇਖੀ, ਗੁਰੂ ਕੇ ਅਸਥਾਨ ਦੀ ਇਮਾਰਤਾਂ ਬਣਦੀਆਂ ਨੇ, ਸਰੋਵਰ ਦੀ ਸੇਵਾ ਹੋ ਰਹੀ ਹੈ, ਹਰਮੰਦਰ ਸਾਹਿਬ ਦੀ ਸੇਵਾ, ਕਿੰਨੀਆਂ ਸੰਗਤਾਂ ਉੱਥੇ ਗੱਡਾ ਰੋਕ ਲਿਆ ਜਾ ਕੇ, ਗੱਡੇ ਉੱਥੇ ਠੱਲ ਦਿੱਤੇ, ਰੋਕ ਦਿੱਤੇ ਵੀ ਸ਼ਾਇਦ ਇੱਥੇ ਮੇਰੀ ਬਾਜਰੀ ਜਿਹੜੀ ਹੈ ਇੱਥੇ ਵਿਕ ਜਾਵੇ, ਇੱਥੇ ਇਕੱਠ ਬੜਾ ਹੈ, ਭੀੜ ਬਹੁਤ ਹੈ। ਪਰ ਹੌਲੀ ਹੌਲੀ ਪੁੱਛਿਆ ਬਈ ਆ ਜਿਹੜੇ ਸੇਵਾ ਕਰਦੇ ਆ ਕਿਵੇਂ ਕਰਦੇ ਆ, ਦਿਹਾੜੀ ਹੈ, ਵਟਾਈ ਦੇ ਉੱਤੇ ਨੇ ਜਾਂ ਠੇਕਾ ਲੈਂਦੇ ਆ? ਪਹਿਲਾਂ ਵੇਖਿਆ ਨਹੀਂ ਸੀ ਕਦੇ। ਦੱਸਣ ਵਾਲਿਆਂ ਨੇ ਦੱਸਿਆ ਵੀ ਨਾ ਤਾਂ ਇਹ ਪੈਸੇ ਲੈਂਦੇ ਐ, ਨਾ ਵਟਾਈ ਦੇ ਉੱਤੇ ਨੇ,
ना ये ठेके दे उत्ते ने, ये तो निष्काम सेवा करने वाले गुरु के सिख ने। कोई लाहौर तो चल के आया है, कोई दिल्ली तो चल के आया है, कोई काबल कंधार तो चल के आया। ये सारे प्रेम दे नाल सेवा करने वाले है, ये पैसे लैण वाले नहीं। ये तो गुरु नूं भेटा देंदे है, आके दसवंध कढ़दे है। उस दसवंध दे नाल एडियां इमारतां बन रही हैं। अज किसी ने 10 किल्लियां च 50 किल्लियां च जां 200-250 किल्ले च डेरा बना लिया। आपां महिमा गाउंदे नहीं थकदे ओहदी। सतगुरां ने उन्हां समियां च एडे एडे शहर वसा दिते। अमृतसर साहिब वसा दिता गुरु साहिबां ने, करतारपुर साहिब, खंडूर, इसे तरह गोइंदवाल साहिब, तरन ताਰਨ, आनंदपुर साहिब, किन्नियां नगरियां, कीरतपुर साहिब। सतगुरां ने संगतां दे नाल लग के, साधन भी नहीं सन इन्ने, ना इट्टां दे साधन, ना कोई ढोआ ढवाई दे साधन। संगतां ने हथीं सेवा कर करके एडे स्थान बना दिते। वो गुरु दा कोई चेता ही नहीं करता। एडियां नगरियां बनाउण वाला, इन्ने साडे मनां दे अंदर सोहणियां नगरियां बना दित्तियां। इन्हां मनां दे अंदर वाहिगुरू दे घर बना दिते साडे मनां नूं। वो सतगुरु दा चेता ही नहीं रहा। कोई 200-250 किले च 4 पिंड उजाड़ के बनिया, वो याद रह जांदा, वो चेता रह जांदा। सतगुरां ने उजाड़िया किते भी नहीं। करतारपुर साहिब रावी दा कंढा सी, बेट सी, उजड़ी जगह वसाई है। अमृतसर दरबार साहिब, इत्थे छप्पड़ियां सन, नीवी धरती जंगल सी, वो वसाया। गोइंदवाल कहंदे भूतां दी धरती, उच्चे थे सन, वो वसाए सतगुरां ने। खंडूर साहिब टिब्बे सन, टिब्बे फेर वसाया फेरूआन सतगुर खंडूर, वो वसाया गुरु साहिबां ने। आनंदपुर साहिब पहाड़ सन, आप जगह खरीद के फिर वसाया। उजाड़िया नहीं, लोकां नूं लिया लिया के महाराज ने वसाया है। उजड़े थां गुरु साहिबां ने वसाए। उजड़े हुए मनां नूं गुरु साहिबां ने किरपा करके वसाया। इस तरीके दे नाल जिद्दां बाणी आखदी है, जिथे नाम जपीए प्रभ प्यारे, सेई अस्थिल सोयन चौबारे। ओ तां धरती बैकुंठ बन जावे, जिथे तेरा नाम जपीए। 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 पढ़ो गाज के भाई। जिथे तेरा नाम जपीए। प्यारे जी जिथे तेरा नाम जपीए। वाहिगुरू जिथे तेरा नाम जपीए। प्यारे जी जिथे तेरा नाम जपीए। जिथे तेरा नाम जपीए। प्यारे जी जिथे तेरा नाम जपीए। जिथे तेरा जी नाम जपीए। नाम जपीए।
ਐਸੇ ਤਰ੍ਹਾਂ ਬੈਕੁੰਠ ਨਗਰ ਜਹ ਸੰਤ ਵਾਸਾ। ਸਾਧੂ ਗੁਰਮੁਖ ਪਿਆਰੇ ਉਹ ਵੀ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ, ਉਹ ਵੀ ਨਾਮ ਜਪਦੇ। ਜਿੱਦਾਂ ਵੇਖਦੇ ਆ ਬਾਬਾ ਬੂਲਾ ਜੀ ਕਿੰਨੀਆਂ ਸਦੀਆਂ ਪਹਿਲਾਂ ਹੋਏ, ਸਤਿਗੁਰੂ ਦੇ ਨਾਲ ਪ੍ਰੇਮ ਸੀ। ਗੁਰੂ ਕੀ ਸੇਵਾ ਦੇ ਵਿੱਚ ਮਹਾਰਾਜ ਜਾ ਕੇ ਹਾਜ਼ਰ ਹੁੰਦੇ, ਗਾਵਾਂ ਦਾ ਦੁੱਧ ਚੋਕ ਕੇ ਲੈ ਕੇ ਜਾਂਦੇ। ਸਤਿਗੁਰਾਂ ਨਾਲ ਪ੍ਰੇਮ, ਸਤਿਗੁਰਾਂ ਦੇ ਨਾਲ ਪ੍ਰੇਮ ਪਿਆਰ ਬਣਿਆ ਤੇ ਸਤਿਗੁਰੂ ਵੀ ਆਪਣੇ ਪਿਆਰਿਆਂ ਦੀ ਲੱਜਿਆ ਪ੍ਰਤੱਗਿਆ ਰੱਖਦੇ ਐ, ਓਨਾ ਹੀ ਪਿਆਰ ਗੁਰੂ ਕਰਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ। ਕਹਿੰਦੇ ਤੂੰ ਘਰੋਂ ਬਾਹਰ ਤੁਰ ਗੁਰੂ ਵੱਲ ਨੂੰ, ਗੁਰੂ ਤੈਨੂੰ ਅੱਗੋਂ ਲੈਣ ਵਾਸਤੇ ਜਾਂਦਾ। ਜੇ ਆਪਾਂ 1% ਸਤਿਗੁਰੂ ਨਾਲ ਪ੍ਰੇਮ ਕਰਾਂਗੇ ਤੇ ਉਹ 99% ਸਾਡੇ ਨਾਲ ਪ੍ਰੇਮ ਕਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਏਕ ਬਾਰ ਵਾਹਿਗੁਰੂ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗਾਰ ਗੁਰ ਹੇਤ ਹੈ। ਕਹਿੰਦੇ ਇੱਕ ਵਾਰੀ ਵਾਹਿਗੁਰੂ ਆਖਿਆ, ਬੰਦਾ ਕਹਿੰਦਾ ਪਤਾ ਨਹੀਂ ਬਿਰਥਾ ਚਲਿਆ ਗਿਆ, ਬਿਰਥਾ ਚਲਿਆ ਗਿਆ। ਇੱਕ ਵਾਰੀ ਵਾਹਿਗੁਰੂ ਆਖਿਆ, ਇੱਕ ਵਾਰੀ ਰੱਬ ਨੂੰ ਗੁਰੂ ਨੂੰ ਯਾਦ ਕੀਤਾ, ਗੁਰੂ ਪਤਾ ਨਹੀਂ ਕਿੰਨੀ ਵਾਰੀ ਸਾਨੂੰ ਯਾਦ ਕਰੂ। ਚੇਤਾ ਆਪਾਂ ਭੁਲਾ ਦਿੰਦੇ ਆ, ਗੁਰੂ ਸਾਡਾ ਚੇਤਾ ਨਹੀਂ ਭੁਲਾਉਂਦਾ ਕਦੇ। ਜਿਸ ਦਿਨ ਰੱਬ ਨੇ ਸਾਡਾ ਚੇਤਾ, ਜਦੋਂ ਰੱਬ ਚੇਤਾ ਭੁਲਾਉਂਦਾ ਹੈ ਉਦੋਂ ਹੀ ਸਰੀਰ ਮਿੱਟੀ ਹੋ ਜਾਂਦਾ, ਉਦੋਂ ਹੀ ਸਰੀਰ ਮਿੱਟੀ ਬਣ ਜਾਂਦਾ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗਾਰ ਗੁਰ ਹੇਤ ਹੈ। ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਈ ਗੁਰਦਾਸ ਜੀ ਕਹਿੰਦੇ ਆਪਣੇ ਕਵਿਤਾ ਸਵਈਆਂ 'ਚ, ਕਹਿੰਦੇ ਭਾਵਨਾ ਦੇ ਨਾਲ ਇੱਕ ਕੌਡੀ ਵੀ ਰੱਖ ਦਿੱਤੀ, ਤਾਹੇ ਗੁਰ ਸਰਬ ਨਿਧਾਨ। ਗੁਰੂ ਕੋਲ ਕਹਿੰਦੇ ਸਾਰੇ ਹੀ ਖਜ਼ਾਨੇ ਭਰੇ ਪਏ ਨੇ, ਨਿਧਾਨ ਕਹਿੰਦੇ ਨੇ ਖਜ਼ਾਨਿਆਂ ਨੂੰ। ਸਰਬ ਨਿਧਾਨ ਦਾਨ ਦੇਤ ਹੈ। ਪਤਾ ਨਹੀਂ ਕਿੰਨੇ ਖਜ਼ਾਨੇ ਕਿੰਨੀਆਂ ਬਖਸ਼ਿਸ਼ਾਂ ਕਰਦੇ ਪਏ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਹਉਮੈ ਹੰਕਾਰ ਨਾਲ ਕੋਈ ਲੱਖਾਂ ਕਰੋੜਾਂ ਰੱਖਦੇ, ਉਹ ਵੀ ਥਾਈ ਨਹੀਂ ਪੈਂਦਾ। ਹੰਕਾਰ 'ਚ ਤਾਂ ਅੱਜ ਕੱਲ੍ਹ ਬੰਦਾ ਇੰਨਾ ਡੁੱਬਿਆ, ਭਾਵੇਂ ਕੋਈ ਗਿਆਨੀ ਹੈ ਪ੍ਰਚਾਰਕ ਹੈ, ਭਾਵੇਂ ਕੋਈ ਦੁਨਿਆਵੀ ਹੈ, ਉਹ ਕਹੂਗਾ ਗੁਰੂ ਘਰ ਬਣਾਇਆ ਹੀ ਮੈਂ ਹੀ ਗੁਰੂ ਘਰ ਬਣਾਤਾ। ਪਰ ਇਹ ਨਹੀਂ ਕਦੇ ਵੀ ਸੋਚਿਆ ਵੀ ਜਦੋਂ ਮੈਂ ਪੈਦਾ ਹੋਇਆ ਸੀ ਮੇਰੇ ਸਰੀਰ ਦੇ ਉੱਤੇ ਤਾਂ ਕੱਪੜਾ ਵੀ ਨਹੀਂ ਸੀ, ਇਹ ਤਾਂ ਇੱਥੋਂ ਹੀ ਮਿਲਿਆ, ਇੱਥੇ ਹੀ ਛੱਡ ਜਾਣਾ। ਉਹ ਕਹਿੰਦਾ ਮੈਂ ਹੀ ਪੰਥ, ਮੇਰੇ ਆਸਰੇ ਖੜਾ ਹੈ ਪੰਥ। ਇੱਕ ਮਾਈ ਉਹਦੇ ਮੁਰਗਾ ਰੱਖਿਆ ਹੋਇਆ ਕੁੱਕੜ, ਤੇ ਉਹ ਬਾਂਗ ਦਿੰਦਾ। ਹੁਣ ਸੂਰਜ ਚੜੇ ਤੇ ਬਾਂਗ ਦਿੰਦਾ। ਮਾਈ ਭੋਲੀ ਨੂੰ ਹੋ ਗਿਆ ਬਈ ਜਦੋਂ ਮੁਰਗਾ ਬਾਂਗ ਦਿੰਦਾ ਸੂਰਜ ਚੜ੍ਹਦਾ ਹੀ ਤਾਂ। ਹੁਣ ਪਿੰਡ ਵਾਲਿਆਂ ਨਾਲ ਕਿਸੇ ਗੱਲੋਂ ਮਾਈ ਦਾ ਕਲੇਸ਼ ਹੋ ਗਿਆ, ਮਾਤਾ ਲੜ ਪਈ ਚਾਰ ਗਵੰਡੀਆਂ ਦੇ ਨਾਲ। ਮਾਤਾ ਕਹਿੰਦੀ ਚੰਗਾ ਹਨੇਰੇ 'ਚ ਹੀ ਰਹੋਗੇ ਸਾਰੇ, ਮੈਂ ਤਾਂ ਚੱਲੀ ਦੂਜੇ ਪਿੰਡ। ਆਪਣਾ ਮੁਰਗਾ ਚੱਕਿਆ, ਕੁੱਕੜ ਚੱਕਿਆ, ਮੈਂ ਤਾਂ ਦੂਜੇ ਪਿੰਡ ਚੱਲੀ। ਨਾ ਸਾਡੇ ਮੁਰਗੇ ਨੇ ਬਾਂਗ ਦੇਣੀ ਹੈ ਤੇ ਨਾ ਹੀ ਤੁਹਾਡੇ ਸੂਰਜ ਚੜ੍ਹਨਾ। ਹੁਣ ਨਹੀਂ ਤੁਹਾਡੇ ਚਾਨਣ ਹੋਣਾ, ਹੁਣ ਨਹੀਂ ਸੂਰਜ ਚੜ੍ਹਨਾ। ਮੈਂ ਤਾਂ ਮੁਰਗਾ ਲੈ ਚੱਲੀ ਆਪਣਾ, ਇਹਨੇ ਬਾਂਗ ਨਹੀਂ ਦੇਣੀ, ਸੂਰਜ ਨੇ ਚੜ੍ਹਨਾ ਨਹੀਂ। ਹੁਣ ਮਾਤਾ ਭੋਲੀ ਨੂੰ ਕਿਹੜਾ ਸਮਝਾਵੇ ਕਿ ਮੁਰਗੇ ਦਾ ਕੋਈ ਸੰਬੰਧ ਨਹੀਂ, ਮੁਰਗੇ ਨੇ ਤਾਂ ਬਾਂਗ ਦੇਣੀ ਹੈ ਜਦੋਂ ਸੂਰਜ ਨੇ ਚੜ੍ਹ ਜਾਣਾ। ਇਹ ਨਹੀਂ ਕਿ ਜਦੋਂ ਉਹ ਬਾਂਗ ਦੇਵੇਗਾ ਸੂਰਜ ਚੜ੍ਹੇਗਾ ਹੀ ਉਦੋਂ।
ਇੱਥੇ ਬੰਦਾ ਕਹਿੰਦਾ ਜੇ ਮੈਂ ਹੀ ਪ੍ਰਚਾਰ ਕਰਦਾ ਮੇਰੇ ਆਸਰੇ ਹੀ ਧਰਮ ਖੜਾ ਹੈ। ਬਾਣੀ ਕਹਿੰਦੀ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਥ ਕਹਿੰਦੇ ਬੋਲਣਾ, ਕਥਾ ਕਰਨੀ। ਇੱਥੇ ਪਤਾ ਨਹੀਂ ਕਿੰਨੇ ਕਹਿ ਕਹਿ ਕੇ ਚਲੇ ਗਏ, ਕਰੋੜਾਂ ਹੀ ਕਹਿ ਕੇ ਚਲੇ ਗਏ, ਕਰੋੜਾਂ ਨੇ ਕਹਿ ਕੇ ਤੁਰ ਜਾਣਾ। ਕੋਈ ਸਾਡੇ ਆਸਰੇ ਜਾਂ ਕਿਸੇ ਹੋਰ ਦੇ ਆਸਰੇ ਪੰਥ ਨਹੀਂ ਖੜਾ। ਪੰਥ ਖਲੋਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਸਰੇ, ਪੰਥ ਦੇ ਵਾਲੀ ਦੇ ਆਸਰੇ। ਤੇ ਸਤਿਗੁਰੂ ਕਹਿੰਦੇ ਨੇ ਭਾਈ ਪੰਥ ਮੇਰੇ ਆਸਰੇ ਵੀ ਨਹੀਂ ਖਲੋਤਾ, ਪੰਥ ਉਹਦੇ ਆਸਰੇ ਖਲੋਤਾ ਜਿਹਦਾ ਇਹ ਪੰਥ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਜਿਹਦਾ ਖਾਲਸਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਦੇ ਆਸਰੇ ਖਲੋਤਾ। ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ। ਉਹਦੇ ਆਸਰੇ ਕਹਿੰਦੇ ਖਲੋਤਾ। ਸਾਡੇ ਵਰਗਿਆਂ ਨੂੰ ਤਾਂ ਐਵੇਂ ਹੀ ਵਹਿਮ ਹੋ ਜਾਂਦਾ, ਐਵੇਂ ਹੀ ਭੁਲੇਖਾ ਹੋ ਜਾਂਦਾ। ਸੋ ਆਓ ਆਪਣੀ ਵਿਚਾਰ ਦੇ ਉੱਤੇ ਕਹਿੰਦੇ ਇਹ ਸੰਗਤਾਂ ਨੇ, ਸੰਗਤਾਂ ਗੁਰੂ ਕੀਆਂ, ਇਹ ਸਿੱਖ ਨੇ, ਸੇਵਾ ਕਰਨ ਵਾਲੇ ਨੇ, ਨਿਸਕਾਮ ਸੇਵਾ ਕਰਦੇ, ਭਾਵਨਾ ਨਾਲ ਸੇਵਾ ਕਰਦੇ। ਭਾਵਨੀ ਭਗਤ ਭਾਏ ਕੌਡੀ, ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਨਮੋ 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 ਨੇਤ 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 ਹੈ। ਕਹਿੰਦੇ ਐਸੇ ਸਤਿਗੁਰੂ ਨੂੰ ਤਾਂ ਨਮਸਕਾਰ ਮੱਥਾ ਟੇਕਣਾ ਹੀ ਬਣਦਾ ਹੈ। ਉਹਦਾ ਉਹ ਵਾਹਿਗੁਰੂ ਬੇਅੰਤ ਹੈ, ਨਮਸਕਾਰ ਕਰਨੀ ਬਣਦੀ ਹੈ, ਉਹਦਾ ਅੰਤ ਨਹੀਂ ਆਪਾਂ ਪਾ ਸਕਦੇ ਹਾਂ। ਨੇਤ 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 ਹੈ। ਕਹਿੰਦੇ ਸੰਗਤਾਂ ਨਿਸਕਾਮ ਹੋ ਕੇ ਸੇਵਾ ਕਰਦੀਆਂ ਨੇ ਗੁਰੂ ਘਰ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕੈ ਵਾਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਤਨਾਮ ਸਦਾ ਸਤਨਾਮ। ਆਵਾਜ਼ ਆਉਂਦੀ ਏ ਸੰਗਤਾਂ ਨਾਲੇ ਟੋਕਰੇ ਢੋਂਦੀਆਂ, ਨਾਲੇ ਭਾਈ ਨਾਮ ਜਪਣ ਦੀ ਆਵਾਜ਼ ਆਉਂਦੀ ਹੈ। ਜਪ ਮਨ ਸਤਨਾਮ ਸਦਾ ਸਤਨਾਮ, 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 ਸਦਾ ਸਤਨਾਮ। ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ। ਜਪ ਮਨ ਸਤਨਾਮ ਸਦਾ ਸਤਨਾਮ। ਸਤਨਾਮ ਵਾਹਿਗੁਰੂ, 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 ਵਾਹਿਗੁਰੂ, ਸਤਨਾਮ ਵਾਹਿਗੁਰੂ, 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 ਵਾਹਿਗੁਰੂ 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 ਵਾਹਿਗੁਰੂ
ਸੰਗਤਾਂ ਸੇਵਾ ਕਰਦੀਆਂ, ਨਾਲੇ ਨਾਮ ਜਪਦੀਆਂ, ਪ੍ਰਸ਼ਾਦੇ ਪਕਾਈਏ। ਇੱਧਰਲੀਆਂ ਉੱਧਰਲੀਆਂ ਗੱਲਾਂ ਛੱਡ ਕੇ, ਨਿੰਦਿਆ ਚੁਗਲੀ ਛੱਡ ਕੇ ਵਾਹਿਗੁਰੂ ਵਾਹਿਗੁਰੂ ਸਿਮਰਨਾ ਚਾਹੀਦਾ। ਲੰਗਰ ਵਰਤਾਈਏ, ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ। ਗੁਰੂ ਘਰ ਕੋਈ ਵੀ ਸੇਵਾ ਕਰੀਏ ਰਸਨਾ ਦੇ ਨਾਲ, ਜੀਭਾਂ ਦੇ ਨਾਲ। ਇਹ ਤਾਂ ਗੁਰੂ ਘਰ ਦੀ ਸੇਵਾ ਦੀ ਗੱਲ ਕਰਦੇ ਆ। ਬਾਣੀ ਤਾਂ ਕਹਿੰਦੀ ਕੰਮਕਾਰ ਕਰਦੇ ਵੀ ਆਪਣੀ ਸੁਰਤ ਜਿਹੜੀ ਹੈ ਵਾਹਿਗੁਰੂ ਨਾਲ ਜੋੜ ਕੇ ਰੱਖ। ਨਾਮਾ ਕਹੈ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪੈਰ ਕਰ ਕਾਮ ਸਭ ਚੀਤ ਨਿਰੰਜਨ ਨਾਲ। ਬੀਬੀਆਂ ਘੜਿਆਂ 'ਚ ਪਾਣੀ ਢੋਂਦੀਆਂ ਹੁੰਦੀਆਂ ਪਹਿਲਾਂ, ਹੁਣ ਵੀ ਕਈ ਇਲਾਕਿਆਂ 'ਚ ਪਿੰਡਾਂ 'ਚ ਲਿਆਉਂਦੀਆਂ। ਭਗਤ ਨਾਮਦੇਵ ਜੀ ਕਹਿੰਦੇ ਉਹਨਾਂ ਦੇ 2-2 ਘੜੇ ਵੀ ਰੱਖੇ ਹੁੰਦੇ ਬਿਨਾਂ ਹੱਥ ਤੋਂ, ਹੱਥ ਨਹੀਂ ਲਾਇਆ। ਗੱਲਾਂ ਕਰਦੀਆਂ ਹੁੰਦੀਆਂ ਨੇ ਆਪਣੇ ਨਾਲ ਦੀਆਂ ਬੀਬੀਆਂ ਨਾਲ, ਸਹੇਲੀਆਂ ਨਾਲ, ਪਰ ਧਿਆਨ ਘੜੇ ਦੇ ਵਿੱਚ ਹੈ ਵੀ ਡਿੱਗ ਨਾ ਪਵੇ ਕਿਤੇ। ਘੜੇ ਦੇ ਵਿੱਚ ਹੈ ਧਿਆਨ ਉਹਦਾ। ਬੱਚਾ ਪਤੰਗ ਚਾੜਦਾ ਹੈ, ਪਤੰਗ ਆਪਣੇ ਸਾਥੀਆਂ ਨਾਲ ਗੱਲਾਂ ਵੀ ਕਰਦਾ ਹੈ, ਧਿਆਨ ਉਹਦਾ ਪਤੰਗ ਵਿੱਚ ਹੈ, ਕਿਤੇ ਡੋਲਾ ਨਾ ਖਾ ਜੇ, ਕੱਟਿਆ ਨਾ ਜਾਵੇ ਮੇਰਾ ਪਤੰਗ। ਏਦਾਂ 4-5 ਉਦਾਹਰਨਾਂ ਭਗਤ ਨਾਮਦੇਵ ਜੀਆਂ ਨੇ ਆਪਣੇ ਸ਼ਬਦ ਵਿੱਚ ਦਿੱਤੀਆਂ ਹੋਈਆਂ। ਨਾਮਾ ਕਹੈ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪੈਰ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੋ ਭਾਈ ਗੰਗਾ ਰਾਮ ਵੇਖਿਆ, ਬੜਾ ਅਚਰਜ ਹੋਇਆ, ਹੈਰਾਨ ਹੋਇਆ ਵੀ ਸੰਗਤਾਂ ਕਿਹੋ ਜਿਹੀਆਂ। ਮੇਰੇ ਨਾਲ ਤਾਂ ਮੇਰੇ ਨੌਕਰ ਆਉਂਦੇ ਆ, ਉਹ ਵੀ ਦਿਹਾੜੀ ਲੈਂਦੇ ਆ ਮੇਰੇ ਤੋਂ। ਗੁਰੂ ਘਰ ਐਸੀ ਖੇਡ ਰਚੀ। ਪਿਰਥੀ ਚੰਦ ਨੇ ਥਾਂ ਥਾਂ ਤੇ ਨਾਕੇ ਲਾ ਕੇ ਨਾ ਮਸੰਦ ਖਿਲਾਰੇ ਹੋਏ ਐ। ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਆਪਣੇ ਵੱਲ ਲਈ ਜਾਂਦਾ। ਇਹੋ ਜਿਹਾ ਸਮਾਂ ਉਸ ਵੇਲੇ ਵੀ, ਗੁਰੂ ਨਾਨਕ ਵੇਲੇ ਵੀ ਬੜੇ ਗੁਰੂ ਨਾਨਕ ਬਣ ਬੈਠੇ ਸੰਗਲਾ ਦੀਪ ਦੇ ਵਿੱਚ। ਇਹ ਸੱਚ ਦੇ ਨਾਲ ਝੂਠ ਕੁਦਰਤੀ ਪੈਦਾ ਹੋ ਹੀ ਜਾਂਦਾ, ਝੂਠੇ ਵੀ ਨਾਲ ਹੀ ਪੈਦਾ ਹੋ ਜਾਂਦੇ। ਪਿਰਥੀ ਚੰਦ ਵਰਗੇ ਵੀ ਨਾਲ ਹੀ ਆ ਜਾਂਦੇ। ਸੋ ਸੰਗਤਾਂ ਬੜੀਆਂ, ਲੰਗਰ ਵਧਿਆ। ਗੁਰੂ ਸਾਹਿਬ ਕਹਿਣ ਲੱਗੇ ਸਿੱਖਾਂ ਨੂੰ, ਭਾਈ ਲੰਗਰ ਵੱਧ ਗਿਆ, ਅਨਾਜ ਲੈ ਕੇ ਆਓ। ਕਹਿਣ ਲੱਗੇ ਮਹਾਰਾਜ ਇੱਥੇ ਬਾਜਰੇ ਵਾਲਾ ਗੱਡੇ ਭਰ ਕੇ ਕਈ ਦਿਨਾਂ ਦਾ ਖਲੋਤਾ ਹੈ, ਤੇ ਜੇ ਤੁਸੀਂ ਆਖੋ ਆਪਾਂ ਉਹਦੇ ਕੋਲੋਂ ਲੈ ਲੈਨੇ ਆ ਪੈਸੇ, ਆਪਾਂ ਵਿਸਾਖੀ ਤੇ ਦੇ ਦਿਆਂਗੇ। ਵਿਸਾਖੀ ਤੇ ਜੋੜ ਮੇਲਾ ਹੁੰਦਾ ਗੁਰੂ ਘਰ ਸਭ ਤੋਂ ਪਹਿਲਾਂ। ਜੇ ਸੰਗਤ ਆਵੇਗੀ ਉਹਦੇ ਵਿੱਚੋਂ ਜਿਹੜਾ ਦਸਵੰਧ ਆਵੇਗਾ ਆਪਾਂ ਉਹਨੂੰ ਮਾਇਆ ਦੇ ਦਿਆਂਗੇ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਠੀਕ ਹੈ। 100 ਮਣ ਬਾਜਰਾ ਤਲਾ ਕੇ ਲੈ ਲਿਆ, ਕਹਿੰਦੇ ਪੈਸੇ ਅੱਜ ਨਹੀਂ ਦੇਣੇ, ਤੈਨੂੰ ਠਹਿਰਨਾ ਪਊ, ਵਿਸਾਖੀ ਤੇ ਮਿਲਣਗੇ ਪੈਸੇ। ਭਾਈ ਗੰਗਾ ਰਾਮ ਕਹਿੰਦਾ ਜੀ ਠੀਕ ਹੈ। ਥੋੜਾ ਸਮਾਂ ਲੰਘਿਆ, 100 ਮਣ ਬਾਜਰਾ ਹੋਰ ਲੈ ਲਿਆ। ਕਰਦਿਆਂ 500 ਮਣ ਬਾਜਰਾ ਲੈ ਲਿਆ। ਉਹਦੇ ਸਾਰੇ ਗੱਡੇ ਖਾਲੀ ਹੋ ਗਏ। ਸਾਰਾ ਉਹਦਾ ਮਾਲ ਸੀ ਜਿੰਨਾ ਬਾਜਰਾ ਸਾਰਾ ਹੀ ਵਿਕ ਗਿਆ। ਤੇ ਉਹਨੇ ਆਖਿਆ ਵੀ ਹੁਣ ਬਾਜਰਾ ਤਾਂ ਵਿਕ ਗਿਆ, ਰਾਖੀ ਕਰਨ ਦੀ ਕੋਈ ਲੋੜ ਨਹੀਂ, ਆਪਾਂ ਵੀ ਸੇਵਾ ਕਰ ਲੈਨੇ ਆ ਇੱਥੇ 4 ਦਿਨ। ਅਜੇ ਵਿਸਾਖੀ ਦੇ ਵਿੱਚ 5-7 ਦਿਨ ਹੈਗੇ, ਉਹਨਾਂ ਚਿਰ ਇੱਥੇ ਹੀ ਰਹਿਣਾ। ਮਣਾ ਤੂੰ ਵੀ ਸੇਵਾ ਕਰ ਲੈ। ਮਨ ਵਰਗਾ ਮਿੱਤਰ ਵੀ ਕੋਈ ਨਹੀਂ ਜੇ ਮਨ ਚੰਗੇ ਪਾਸੇ ਨੂੰ ਤੋਰ ਦੇ, ਤੇ ਇਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ ਜੇ ਮਾੜੇ ਪਾਸੇ ਲੈ ਜਾਵੇ। ਜਿੱਤ ਲਿਆ ਮਨ। ਗੁਰੂ ਸਾਹਿਬ ਕਹਿੰਦੇ ਜੱਗ ਹੀ ਜਿੱਤ ਲਿਆ ਤੂੰ ਸਾਰਾ। ਇਹ ਮਨ ਨਹੀਂ ਜਿੱਤਿਆ ਗਿਆ, ਜੱਗ ਜਿੱਤ ਕੇ ਵੀ ਹਾਰ ਗਏ। ਮਨ ਜਿੱਤ ਲਿਆ। ਮਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਓ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਚੰਗੇ ਪਾਸੇ ਲੈ ਤੁਰੇ, ਕਹਿੰਦੇ ਮਨ ਵਰਗਾ ਮਿੱਤਰ ਲੱਭਿਆ ਹੀ ਨਹੀਂ ਕੋਈ, ਜਿਹੜਾ ਕਹਿੰਦਾ ਸਵੇਰੇ ਉੱਠ, ਇਸ਼ਨਾਨ ਕਰ, ਬਾਣੀ ਪੜ੍ਹ, ਗੁਰਦੁਆਰੇ ਚੱਲ। ਲੈ ਕਹਿੰਦੇ ਇਹਦੇ ਵਰਗਾ ਮਿੱਤਰ ਹੀ ਨਹੀਂ ਮਿਲਿਆ। ਤੇ ਜੇ ਉਹਨੇ ਕਹਿੰਦਾ ਵੀ ਚੱਲ ਠੇਕੇ ਵੱਲ ਚੱਲ ਬਹਿ ਕੇ ਤਾਸ਼ ਖੇਡੀਏ। 1-2 ਪਿੰਡਾਂ 'ਚ ਦੀਵਾਨ ਤੇ ਉਹ ਸਾਹਮਣੇ ਬੈਠੇ ਲਾਣਾ ਤਾਸ਼ ਕੁੱਟੀ ਜਾਵੇ।
ਵੀ ਰੋਜ਼ ਤਾਸ਼ ਖੇਡਣ ਤੇ ਹੀ ਹੋ, ਆ ਜਾਓ ਅੱਧਾ ਘੰਟਾ ਬਹਿ ਜਾਓ ਆ ਕੇ ਤੁਸੀਂ ਵੀ ਗੁਰੂ ਦਰਬਾਰ ਵਿੱਚ। ਉਹਨਾਂ ਦੀ ਹਾਲਤ ਤਾਂ ਇਹ ਹੁੰਦੀ ਹੈ, ਕਈ ਵਾਰ ਬੇਬੇ ਮਰੀ ਤੇ ਵੀ ਕਹਿਣਗੇ ਰਾਹ 'ਚ ਹੀ ਰਲ ਜਾਾਂਗੇ, ਮੈਂ ਕਿਹੜਾ ਆ ਕੇ ਹੁਣ ਜਿਉਂਦੀ ਕਰ ਦੇਣੀ ਹੈ, ਨਿਭਾਲੋ ਤੁਸੀਂ, ਇੱਥੋਂ ਦੀ ਲੰਘਣਾ ਇੱਥੋਂ ਹੀ ਰਲ ਜਾਊਗਾ, ਮੇਰੀ ਬਾਜੀ ਰਹਿੰਦੀ ਹੈ ਜੇ ਖੇਡਣ ਵਾਲੀ। ਇਹੋ ਜਿਹਾ ਚਸਕਾ ਲੱਗਦਾ ਉਹਨਾਂ ਨੂੰ, ਇਹੋ ਜਿਹਾ ਨਿੰਦਿਆ ਦਾ, ਚੁਗਲੀ ਦਾ ਇਹੋ ਜਿਹਾ ਆਨੰਦ ਬਣਦਾ। ਕਈ ਤਾਂ ਗੁਰਦੁਆਰੇ ਤੋਂ 50 ਫੁੱਟ ਦੂਰ ਨਹੀਂ ਜਾਂਦੇ, ਬਸ ਉੱਥੇ ਹੀ ਸ਼ੁਰੂ ਹੋ ਜਾਂਦੇ। ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਣਾ, ਅਖਬਾਰ ਆਉਂਦੀ ਹੈ, ਪਹਿਲਾਂ ਦੁਨੀਆ ਦੀਆਂ ਗੱਲਾਂ ਪੜ੍ਹ ਲਈਏ, ਪਹਿਲਾਂ ਸੰਸਾਰ ਦੀਆਂ ਪੜ੍ਹ ਲਈਏ, ਕਰਤਾਰ ਨੂੰ ਤਾਂ ਮੱਥਾ ਫੇਰ ਹੀ ਟੇਕ ਲਾਂਗੇ। ਆਇਆ ਗੁਰੂ ਨੂੰ ਮੱਥਾ ਟੇਕਣ, ਪਹਿਲਾਂ ਹੀ ਅਖਬਾਰ ਚੱਕ ਲਈ ਆ ਕੇ ਵੀ ਵੇਖ ਲਈਏ ਕਿੱਥੇ ਕੀ ਹੋ ਗਿਆ। ਜਿਹਦੇ ਵਾਸਤੇ ਆਇਆ ਪਹਿਲਾਂ ਗੁਰੂ ਨੂੰ ਮੱਥਾ ਟੇਕ, ਸੰਸਾਰ ਦੀਆਂ ਗੱਲਾਂ ਫਿਰ ਬਾਅਦ ਦੇ ਵਿੱਚ ਕਰੀ ਜਾਈ। ਸੰਸਾਰ ਦੀਆਂ ਗੱਲਾਂ ਫੇਰ ਕਰ ਲਈ, ਪਹਿਲਾਂ ਗੁਰੂ ਨੂੰ ਮੱਥਾ ਟੇਕ, ਪਹਿਲਾਂ ਕਰਤਾਰ ਨੂੰ ਮੱਥਾ ਟੇਕ। ਸੋ ਇਸੇ ਤਰ੍ਹਾਂ ਭਾਈ ਗੰਗਾ ਰਾਮ ਜੀ ਮਨ ਵਿੱਚ ਚਾਅ ਜਾਗਿਆ, ਮਨ ਮਿੱਤਰ ਬਣ ਗਿਆ, ਸੇਵਾ ਲੱਗ ਗਿਆ ਕਰਾਉਣ, ਨਾਲ ਦੇ ਸਾਥੀ ਵੀ ਲੱਗ ਗਏ ਸੇਵਾ ਕਰਨ। ਸੇਵਾ ਬੜੀ ਵੱਡੀ ਮਹਾਰਾਜ ਨੇ ਦਾਤ ਦਿੱਤੀ ਹੈ, ਮਨ ਮਾਂਜਿਆ ਜਾਂਦਾ, ਮਨ ਦੀ ਮੈਲ ਲੱਥਣੀ ਆਰੰਭ ਹੋ ਜਾਂਦੀ ਹੈ। ਸੇਵਾ ਕਰਦੇ ਆ ਉਦੋਂ ਬਾਅਦ ਸਿਮਰਨ ਕਰੀਏ, ਨਾਮ ਜਪੀਏ, ਵਾਹਿਗੁਰੂ ਦੇ ਨਾਮ ਦੀ ਰੰਗਤ ਚੜ੍ਹਨ ਲੱਗ ਜਾਂਦੀ ਹੈ, ਮਨ ਤੇ ਮੈਲ ਕੱਟੀ ਜਾਂਦੀ ਹੈ। ਸੁੱਖਾਂ ਦੀ ਦਾਤੀ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗਾਏ, ਜੰਮਣ ਮਰਨ ਮਿਟ ਗਿਆ ਕਾਲੈ ਕਾ, ਕ੍ਰਿਸ਼ਨਾ ਵਸਾਈ ਕਿਸ਼ਨਾ ਵਸਾਈ। ਐਦਾਂ ਕਰੜੀ ਵੀ ਆਖਿਆ ਸੇਵਾ ਨੂੰ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਸੁਖ ਸਾਰ ਅਖੀਰ ਨੂੰ ਸੁੱਖਾਂ ਦੀ ਦਾਤੀ ਹੈ, ਸੁੱਖਾਂ ਦੀ। ਨਦਰ ਕਰੇ ਜਿਸ ਆਪਣੀ ਤਿਸ ਲਾਵੈ ਹੇਤ ਪਿਆਰ। ਐਦਾਂ ਭਾਈ ਸੇਵਾ ਹੁੰਦੀ। ਭਾਈ ਗੰਗਾ ਰਾਮ ਲੱਗ ਗਿਆ ਸੇਵਾ ਕਰਨ। ਉਹ ਕਰੀਏ ਤੇਰੀ ਸੇਵਾ ਜੇ ਆਪ ਕਰਾਵੇਂ, 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 ਕਰੀਏ ਸੇਵਾ ਜੇ ਆਪ ਕਰਾਵੇ। ਮਹਾ ਕਰੜੀ ਤੇ ਸੁੱਖਾਂ ਦੀ ਦਾਤੀ, ਚਾਕਰੀ ਹੈ ਗੁਰੂ ਪੀਰਾਂ ਦੀ। ਮਹਾ ਕਰੜੀ ਤੇ ਸੁੱਖਾਂ ਦੀ ਦਾਤੀ, ਚਾਕਰੀ ਹੈ ਗੁਰੂ ਪੀਰਾਂ ਦੀ। ਕਰੜੀ ਤੇ ਸੁੱਖਾਂ ਦੀ ਦਾਤੀ, ਚਾਕਰੀ ਹੈ ਗੁਰੂ ਪੀਰਾਂ ਦੀ। ਮਹਾਂ ਕਰੜੀ ਤੇ ਸੁੱਖਾਂ ਦੀ ਦਾਤੀ, ਚਾਕਰੀ ਹੈ ਗੁਰੂ ਪੀਰਾਂ ਦੀ। ਚੱਕਰੀ ਹੈ ਗੁਰੂ ਪੀਰਾਂ ਦੀ, ਮਹਾਂ ਕਰੜੀ ਤੇ ਸੁੱਖਾਂ ਦੀ ਦਾਤੀ, ਚੱਕਰੀ ਹੈ ਗੁਰੂ ਪੀਰਾਂ ਦੀ। ਐਦਾਂ ਸੇਵਾ ਲੱਗ ਗਿਆ ਕਰਨ। 5-7 ਦਿਨ ਲੰਘੇ, ਵਿਸਾਖੀ ਆ ਗਈ। ਬਹੁਤ ਸੰਗਤਾਂ ਪਿਰਥੀ ਚੰਦ ਦੇ ਜਿਹੜੇ ਜਾਲ ਚੋਂ ਬਚ ਗਈਆਂ, ਗੁਰੂ ਘਰ ਦੇ ਵਿੱਚ ਆਈਆਂ ਸੰਗਤਾਂ। ਜੋੜ ਮੇਲਾ ਹੋਇਆ, ਕਥਾ ਕੀਰਤਨ ਹੋਇਆ, ਖੁੱਲੇ ਦਰਸ਼ਨ ਦੀਦਾਰ ਸੰਗਤਾਂ ਨੂੰ ਪਾਤਸ਼ਾਹ ਨੇ ਬਖਸ਼ੇ। ਸੰਗਤਾਂ ਭੇਟਾ ਲੈ ਕੇ ਆਈਆਂ, ਦਸਵੰਧ ਲੈ ਕੇ ਆਈਆਂ। ਸਮਾਪਤੀ ਹੋਈ ਜੋੜ ਮੇਲੇ ਦੀ। ਸਿੱਖਾਂ ਨੇ ਮਾਇਆ ਜਦੋਂ ਗਿਣੀ, ਚੜਾਵਾ ਗਿਣਿਆ। ਪਹਿਲਾਂ ਵੀ ਗੁਰੂ ਕੇ ਕਾਰਜ ਦਸਵੰਧ ਦੇ ਉੱਤੇ ਹੀ ਚੱਲਦੇ ਹੁੰਦੇ।
ਚੜਾਵੇ ਦੇ ਉੱਤੇ ਦਸਵੰਧ ਲਿਆਉਂਦੀਆਂ ਸੰਗਤਾਂ ਤਰ੍ਹਾਂ ਤਰ੍ਹਾਂ ਦੇ। ਸ਼ਾਸਤਰ ਲਿਆਉਣੇ ਮਹਾਰਾਜ ਵਾਸਤੇ, ਘੋੜੇ ਲਿਆਉਣੇ, ਬਸਤਰ ਲੈ ਕੇ ਆਉਣੇ। ਇੱਥੇ ਦਮਦਮਾ ਸਾਹਿਬ ਵੇਖਿਆ ਨਹੀਂ ਭਾਈ ਡੱਲੇ ਦੇ, ਉਦੋਂ ਬੰਦੂਕ ਲੈ ਕੇ ਆਇਆ ਗੁਰੂ ਕਾ ਸਿੱਖ। ਗੁਰਦੁਆਰਾ ਗੁਪਤਸਰ ਸਾਹਿਬ ਜੈਤੋ ਨੇੜੇ ਪਿੰਡ ਹੈ, ਉੱਥੇ ਇੱਕ ਸਿੱਖ ਖੱਚਰ ਦੇ ਉੱਤੇ ਲੱਦ ਕੇ ਮਹਾਰਾਜ ਵਾਸਤੇ ਮਾਇਆ ਮੋਹਰਾਂ ਲੈ ਕੇ ਆਇਆ ਸੋਨੇ ਚਾਂਦੀ ਦੀਆਂ, ਜਿਹੜੀ ਸਤਿਗੁਰਾਂ ਨੇ ਢਾਲੇ ਭਰ ਕੇ ਤਨਖਾਹ ਵੰਡੀ। ਸੋ ਗੁਰੂ ਸਾਹਿਬ ਕਹਿਣ ਲੱਗੇ ਭਾਈ ਏਦਾਂ ਕਰੋ, ਉਸ ਪਿਆਰੇ ਨੇ ਬੜਾ ਸਬਰ ਕੀਤਾ ਬਾਜਰੇ ਵਾਲੇ ਨੇ, ਉਹਨੂੰ ਸਵਾਇਆ ਕਰਕੇ 500 ਮਣ ਬਾਜਰਾ ਲਿਆ, ਸਵਾਇਆ ਕਰਕੇ ਨਾ ਪੈਸੇ ਦੇ ਆ ਉਹਦੇ ਸਵਾਏ ਕਰਕੇ। ਤੇ ਜਦੋਂ ਸਿੱਖ ਪੈਸੇ ਲੈ ਕੇ ਗਏ, ਲੈ ਭਾਈ ਆਪਣੇ 500 ਮਣ ਦੇ ਪੈਸੇ ਸਾਡੇ ਗੁਰੂ ਸਾਹਿਬ ਨੇ ਆਖਿਆ ਵੀ ਸਵਾਏ ਦੇਣੇ ਨੇ, ਉਹ ਜਿਵੇਂ ਰੁਪਈਆ ਤਾਂ 25 ਪੈਸੇ ਉੱਤੇ ਦੇਣੇ। ਜਦੋਂ ਭਾਈ ਗੰਗਾ ਰਾਮ ਜੀਆਂ ਨੇ ਸੁਣਿਆ, ਕਹਿਣ ਲੱਗਾ, ਕਹਿੰਦਾ ਜ਼ਿੰਦਗੀ ਦੇ ਵਿੱਚ ਐਡੀ ਉਮਰ ਹੋ ਗਈ ਮੇਰੀ 45-50 ਸਾਲ, 20 ਸਾਲ 25 ਸਾਲ ਤੋਂ ਲੈ ਕੇ ਬੜਾ ਵਪਾਰ ਕੀਤਾ ਮੈਂ, ਬੜਾ ਬਾਜਰਾ ਵੇਚਿਆ, ਅੱਗੇ ਵੀ ਬੜਾ ਵੇਚਾਂਗਾ, ਬੜਾ ਬਾਜਰਾ ਵੇਚਿਆ, ਅੱਗੇ ਵੀ ਵੇਚਾਂਗਾ, ਪਰ ਅੱਜ ਸਤਿਗੁਰੂ ਦੇ ਘਰ ਮੈਂ ਆ ਕੇ ਇਹ ਬਾਜਰਾ ਦਿੱਤਾ ਹੈ ਤੇ ਇੰਨੀਆਂ ਸੰਗਤਾਂ ਮੈਂ ਵੇਖੀਆਂ, ਸੰਗਤਾਂ ਦੀ ਭਾਵਨਾ ਵੇਖੀ, ਮੈਂ ਗੁਰੂ ਘਰ ਚੋਂ ਮਾਇਆ ਨਹੀਂ ਲੈਣੀ, ਪੈਸਾ ਨਹੀਂ ਲੈਣਾ ਕੋਈ ਵੀ। ਪੈਸੇ ਤਾਂ ਬੜੇ ਕਮਾਏ, ਅਮੀਰਾਂ ਕੋਲੋਂ, ਸੇਠਾਂ ਕੋਲੋਂ, ਜ਼ਿਮੀਂਦਾਰਾਂ ਕੋਲੋਂ ਪੈਸੇ ਤਾਂ ਮਿਲ ਜਾਂਦੇ ਐ। ਐਡੇ ਵੱਡੇ ਗੁਰੂ ਦੇ ਨਾਲ ਵਾਹ ਪਿਆ, ਐਡੇ ਵੱਡੇ ਗੁਰੂ ਦੇ ਨਾਲ ਵਪਾਰ ਕਰਨਾ, ਮਾਇਆ ਦਾ ਵਪਾਰ ਨਹੀਂ ਕਰਨਾ। ਜੇ ਮੈਨੂੰ ਲੈ ਕੇ ਦੇਣਾ ਕੁਛ ਪ੍ਰਾਪਤੀ ਕਰਾਉਣੀ ਹੈ ਤਾਂ ਮੈਨੂੰ ਗੁਰੂ ਕੀ ਸਿੱਖੀ ਮਿਲੇ, ਜਿਹੜੀ ਆ ਦਾਤ ਸੰਗਤਾਂ ਦੇ ਕੋਲ ਹੈ ਨਾ, ਇਹ ਦਾਤ ਮੈਨੂੰ ਵੀ ਪ੍ਰਾਪਤ ਹੋਵੇ, ਮੈਂ ਵੀ ਇਹੋ ਜਿਹਾ ਸਿੱਖ ਬਣਾ। ਭਾਗ ਜਾਗੇ ਕਰਮ ਜਾਗੇ, ਜਿਵੇਂ ਭਾਈ ਦਾਨੇ ਨੇ ਆਖਿਆ ਸੀ ਬਈ ਮੈਨੂੰ ਧਨ ਨਹੀਂ, ਮੈਨੂੰ ਤਾਂ ਸਿੱਖੀ ਚਾਹੀਦੀ ਹੈ। ਏਦਾਂ ਹੀ ਭਾਈ ਗੰਗਾ ਰਾਮ ਜੀਆਂ ਨੇ ਆਖਿਆ ਮੈਨੂੰ ਗੁਰੂ ਕੀ ਸਿੱਖੀ ਪ੍ਰਾਪਤ ਹੋਵੇ। ਉਹ ਸਿੱਖੀ ਦਾ ਦਾਨ ਦਿਓ, ਮਾਇਆ ਦੀ ਲੋੜ ਨਾ ਕੋਈ, ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ, ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ, ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ। ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ, ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ, ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ, ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ, ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ। ਸਿੱਖੀ ਦਾ ਦਾਨ ਮਿਲੇ, ਮਾਇਆ ਦੀ ਲੋੜ ਨਾ ਕੋਈ।
ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਕਰਮਾਂ ਵਾਲੇ ਭਾਗਾਂ ਵਾਲੇ ਮੰਗਦੇ, ਗੁਰੂ ਤੋਂ ਦਾਤਾਂ ਬਹੁਤ ਮੰਗਦੇ, ਪਰ ਗੁਰੂ ਕੋਲੋਂ ਗੁਰੂ ਨੂੰ ਘੱਟ ਮੰਗਦੇ। ਇਹ ਸਤਿਗੁਰੂ ਤੂੰ ਹੀ ਚੱਲ ਮੇਰੇ ਨਾਲ। ਧੰਨੇ ਨੇ ਮੰਗ ਲਿਆ ਨਾ ਵੀ ਤੂੰ ਹੀ ਆ ਜਾ, ਫਿਰ ਸਾਰੇ ਹੀ ਕਾਰਜ ਰਾਸ ਹੋ ਗਏ। ਸੋ ਸਿੱਖਾਂ ਨੇ ਜਦੋਂ ਸੁਣਿਆ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕੋਲ ਚਲੇ ਗਏ, ਕਹਿੰਦੇ ਮਹਾਰਾਜ ਉਹ ਮਾਇਆ ਨਹੀਂ ਲੈਂਦਾ, ਉਹ ਦਾਤ ਸਿੱਖੀ ਦੀ ਮੰਗਦਾ ਹੈ। ਸਤਿਗੁਰੂ ਕਹਿੰਦੇ ਲੈ ਕੇ ਆਓ, ਲੈ ਆਂਦਾ। ਕਹਿੰਦੇ ਭਾਈ ਪਹਿਲਾਂ ਮਨ ਬਣਾ ਲਿਆ। ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਹੋ ਗਈ, ਬੈਠਿਆਂ ਬੈਠਿਆਂ ਨੂੰ ਇਹ ਮਨ ਨਹੀਂ ਇਸ ਪਾਸੇ ਨੂੰ ਤੋਰ ਲਿਆ, ਤੁਸੀਂ ਵੀ ਖਿੱਚ ਲਿਆ ਜਿਵੇਂ ਚੁੰਬਕ ਲੋਹੇ ਨੂੰ ਖਿੱਚਦਾ ਹੁੰਦਾ। ਬਣ ਗਿਆ ਮਨ, ਪੈਸੇ ਬੜੇ ਕਮਾਏ ਜ਼ਿੰਦਗੀ ਦੇ ਵਿੱਚ। ਭਗਤ ਕਬੀਰ ਜੀ ਕਹਿੰਦੇ ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਉਪਾਰੀ। ਹੀਰਾ ਹਾਥ ਚੜਿਆ ਨਿਰਮੋਲਕ। ਜਦੋਂ ਪਤਾ ਲੱਗ ਜਾਂਦਾ ਨਾ ਮਾਇਆ ਨਾਲੋਂ ਸਿੱਖੀ ਵਾਹਿਗੁਰੂ ਦਾ ਨਾਮ ਕੀਮਤੀ ਹੈ, ਫਿਰ ਮਾਇਆ ਕੌਡੀਆਂ ਲੱਗਣ ਲੱਗ ਜਾਂਦੀ। ਤਾਂ ਹੀ ਗੁਰੂ ਕੇ ਸਿੱਖਾਂ ਦੇ ਅੱਗੇ ਲਾਲਚ ਰੱਖੇ ਗਏ। ਭਾਈ ਮਤੀ ਦਾਸ ਅੱਗੇ ਰਾਜ ਦੇ ਲਾਲਚ, ਰਿਆਸਤਾਂ ਦੇ ਲਾਲਚ ਸਾਹਿਬਜ਼ਾਦਿਆਂ ਦੇ ਅੱਗੇ ਰੱਖੇ ਗਏ। ਭਾਈ ਤਾਰੂ ਸਿੰਘ ਹੁਰਾਂ ਦੇ, ਭਾਈ ਸੁਭੇਗ ਸਿੰਘ ਹੁਰਾਂ ਦੇ, ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਿੱਖੀ ਇਦੋਂ ਕੀਮਤੀ ਹੈ। ਇਹ ਰਾਜ ਨਾਲੋਂ, ਸੋਨੇ ਦੀਆਂ ਮੋਹਰਾਂ ਨਾਲੋਂ, ਇਹ ਧਨ ਦੌਲਤ ਨਾਲੋਂ ਸਿੱਖੀ ਕੀਮਤੀ ਹੈ। ਹਰ ਕੇ ਨਾਮ ਕੇ ਵਿਉਪਾਰੀ। ਧਿਆਨ ਦਿਓ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਇਹ ਸੰਸਾਰ ਉਹਦੇ ਸਾਹਮਣੇ ਕੁਝ ਨਹੀਂ। ਗੁਰੂ ਕੀ ਦਾਤ ਕੀਮਤੀ ਹੈ। ਮਨ ਬਣਾ ਲਿਆ, ਕਹਿੰਦਾ ਮਹਾਰਾਜ ਧਨ ਦੌਲਤ ਬੜੀ ਕਮਾਈ ਹੈ, ਪਰ ਤੁਹਾਡੇ ਦਰ ਤੇ ਸਾਹਮਣੇ ਰਾਜਾ ਖਲੋਤਾ ਹੋਵੇ, ਬੰਦਾ ਮੰਗ ਕਰੇ ਜੀ ਮੈਨੂੰ ਤੂੜੀ ਦੀ ਪੰਡ ਦੇ ਦਿਓ, ਉਹ ਤਾਂ ਕਿਤੋਂ ਆਂਢੀ ਗੁਆਂਢੀ ਤੋਂ ਹੀ ਲੈ ਲੈ। ਰਾਜਾ ਖਲੋਤਾ ਹੈ ਸਾਹਮਣੇ, ਵੀ ਖੰਡ ਦੀ ਬੋਰੀ ਮੰਗੀ ਜਾਵਾਂ। ਤੁਹਾਡੇ ਵਰਗਾ ਸ਼ਹਿਨਸ਼ਾਹ, ਤੁਹਾਡੇ ਵਰਗਾ ਰੱਬ ਮੇਰੇ ਸਾਹਮਣੇ ਖਲੋਤਾ ਹੈ ਤੇ ਮੈਂ ਉਹਦੇ ਤੋਂ ਦਮੜੇ ਮੰਗੀ ਜਾਵਾਂ। ਇਹ ਸਿਆਣਪ ਕਾਹਦੀ ਹੈ? ਮਹਾਰਾਜ ਕਿਰਪਾ ਕਰਨੀ ਹੈ ਤਾਂ ਮੈਨੂੰ ਆ ਸਿੱਖੀ ਦੀ ਦਾਤ ਦੇ ਕੇ ਨਵਾਜੋ। ਇਹਦੇ ਵਿੱਚ ਬੜਾ ਆਨੰਦ ਹੈ, ਸੇਵਾ ਦੇ ਵਿੱਚ ਬੜਾ ਆਨੰਦ ਹੈ, ਸਿਮਰਨ ਦੇ ਵਿੱਚ ਬੜਾ ਆਨੰਦ ਹੈ। ਮੇਰੇ ਦੋਨੇ ਲੋਕ ਹੀ ਸੌਰ ਜਨਾ ਤਾਂ ਸੌਰੇ ਹੀ ਹੋਇਆ। ਮਾਇਆ ਦੀ ਘਾਟ ਤੁਸੀਂ ਪਹਿਲਾਂ ਹੀ ਨਹੀਂ ਰੱਖੀ, ਤੇ ਇਹ ਦਰਗਾਹੀ ਖਰਚਾ ਵੀ ਪੱਲੇ ਬੰਨ ਲੈਂਦੇ ਹੋ। ਜਦੋਂ ਗੁਰੂ ਸਾਹਿਬਾਂ ਨੇ ਭਾਵਨਾ ਵੇਖੀ, ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਸਤਿਗੁਰਾਂ ਨੇ ਕਿਰਪਾ ਕੀਤੀ। ਕੋਲ ਸੱਦ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਆਖਿਆ ਪਿਆਰਿਆ ਬੋਲ ਵਾਹਿਗੁਰੂ। ਜਦੋਂ ਏਦਾਂ ਮਹਾਰਾਜ ਨੇ ਵਾਹਿਗੁਰੂ ਬੁਲਾਇਆ ਉਹਦੇ ਮੁਖੋਂ, ਕਹਿ ਵਾਹਿਗੁਰੂ। ਸਤਿਗੁਰੂ ਦੇ ਕਹਿਣ ਦੇ ਨਾਲ ਉਹ ਵਾਹਿਗੁਰੂ ਬੋਲਿਆ। ਸਰੀਰ ਦੇ ਰੋਮ ਰੋਮ ਦੇ ਵਿੱਚੋਂ ਭਾਈ ਵਾਹਿਗੁਰੂ ਵਾਹਿਗੁਰੂ ਗੂੰਜਣ ਲੱਗ ਗਿਆ, ਜਿਵੇਂ ਹਾਲ ਕਮਰੇ ਵਿੱਚੋਂ ਆਵਾਜ਼ ਆਉਂਦੀ। ਸਹਿਜ ਸਮਾਦ ਲੱਗੀ ਹੈ ਭੀਤਰ, ਸੋ ਰਸ ਸੋਈ ਜਾਣਾ। ਹੁਣ ਕੈਨੇਡਾ ਕੀ ਹੈ, ਅਮਰੀਕਾ ਕੀ ਹੈ, ਜਿਹੜੇ ਉੱਥੇ ਪਹੁੰਚੇ ਉਹਨਾਂ ਨੂੰ ਪਤਾ ਲੱਗਦਾ ਉਹਦੇ ਬਾਰੇ। ਆਪਾਂ ਤਾਂ ਗੱਲਾਂ ਹੀ ਸੁਣਦੇ। ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਪਤਾ ਉਹਨਾਂ ਨੂੰ ਲੱਗਦਾ, ਬਾਕੀ ਤਾਂ ਝੇਡਾਂ ਕਰਨ ਵਾਲੇ ਹੁੰਦੇ ਆ, ਮਖੌਲ ਕਰਨ ਵਾਲੇ ਹੁੰਦੇ, ਵੀ ਐਵੇਂ ਗੱਲਾਂ ਮਰੀ ਜਾਂਦੇ। ਆਪਾਂ ਤਾਂ ਕਹਿਣ ਸੁਣਨ ਵਾਲੇ ਹੀ ਆ। ਜਿਨ੍ਹਾਂ ਨੂੰ ਇਹ ਰਸ, ਜਿਨ੍ਹਾਂ ਨੂੰ ਇਹ ਆਨੰਦ ਮਿਲਿਆ, ਆਨੰਦ ਆਨੰਦ ਸਭ ਕੋ ਕਹੈ ਆਨੰਦ, ਗੁਰੂ ਤੇ ਜਾਣਿਆ ਜਿਨ੍ਹਾਂ ਨੇ ਪ੍ਰਾਪਤ ਕੀਤਾ। ਭਾਈ ਗੰਗਾ ਰਾਮ ਜੀਆਂ ਨੂੰ ਗੁਰੂ ਅਰਜਨ ਦੇਵ ਜੀਆਂ ਦੇ ਘਰੋਂ ਅਮੋਲਕ ਸਿੱਖੀ ਦੀ ਦਾਤ ਪ੍ਰਾਪਤ ਹੋਈ। ਕਿੰਨੇ ਦਿਨ ਰਿਹਾ, ਫਿਰ ਮਹਾਰਾਜ ਨੇ ਆਖਿਆ ਜਾ ਆਪਣੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ। ਬਠਿੰਡੇ ਆ ਗਿਆ।
ਬਠਿੰਡੇ ਸਿੱਖੀ ਦਾ ਪ੍ਰਚਾਰ ਭਾਈ ਗੰਗਾ ਰਾਮ ਜੀਆਂ ਨੇ ਕਿੰਨੀ ਸੰਗਤ ਨੂੰ ਸਿੱਖ ਬਣਾਇਆ, ਮਨਮਤ ਵਿੱਚੋਂ ਕੱਢਿਆ। ਦੋ ਭਰਾ ਸਨ, ਦੋ ਭਰਾ ਬਿਧੀ ਚੰਦ ਤੇ ਇੱਕ ਦਾ ਨਾਂ ਸੀ ਭਾਈ ਸਿੱਧੀ ਚੰਦ। ਇਹ ਉਹ ਭਾਈ ਬਿਧੀ ਚੰਦ ਨਹੀਂ ਘੋੜੇ ਲਿਆਉਣ ਵਾਲਾ, ਬਠਿੰਡੇ ਦੇ ਰਹਿਣ ਵਾਲੇ। ਉਹ ਲੈ ਗਏ ਸਾਡੇ ਘਰੇ ਆ ਕੇ, ਜੀ ਬਿਰਾਜਮਾਨ ਹੋਵੋ, ਕੁਝ ਦਿਨ ਸੇਵਾ ਕਰੀਏ। ਇਹ ਚੰਗੇ ਉਹਨਾਂ ਨੂੰ ਲੱਗਦੇ ਆ, ਗੁਰਮੁਖ ਪਿਆਰੇ ਤਾਂ ਲੱਗਦੇ ਆ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਲੱਗੈ ਗੁਰ ਸਿੱਖਾਂ ਮਨ ਮਿੱਠਾ। ਉਹਨਾਂ ਨੇ ਸੇਵਾ ਕੀਤੀ ਤੇ ਕਹਿਣ ਲੱਗੇ ਤੁਸੀਂ ਗੁਰੂ ਘਰ ਦੇ ਪਿਆਰੇ ਹੋ, ਸਤਿਗੁਰਾਂ ਨੇ ਸਿੱਖੀ ਦੀ ਦਾਤ ਦਿੱਤੀ ਹੈ। ਭਾਈ ਸਿੱਧੀ ਚੰਦ ਕਹਿਣ ਲੱਗਾ ਮੇਰੇ ਘਰ ਪੁੱਤਰ ਕੋਈ ਨਹੀਂ, ਧੀ ਪੁੱਤਰ ਕੋਈ ਨਹੀਂ, ਜੇ ਕਿਰਪਾ ਕਰ ਦਿਓ। ਕਹਿੰਦੇ ਅਸੀਂ ਕੌਣ ਹੁੰਨੇ ਆ, ਕਿਰਪਾ ਤਾਂ ਗੁਰੂ ਨੇ ਕਰਨੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਨਾਮ ਜਪੋ ਅਰਦਾਸ ਕਰੋ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈਐ, ਨਿਤ ਧਿਆਈਐ ਹਰ ਪੁਰਖ ਨਿਰੰਜਨ। ਦੋਹੀ ਜਹਾਨੀ ਕਹਿੰਦੇ ਮੁਖ ਉਜਲ ਹੋ ਜਾਂਦਾ, ਸੋਭਾ ਮਿਲਦੀ, ਸਤਕਾਰ ਮਿਲਦਾ, ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਨਿਤ ਕਹਿੰਦੇ ਵਾਹਿਗੁਰੂ ਦਾ ਨਾਮ ਜਪ ਧਿਆ, ਜੈ ਹਰ ਸਿਮਰਨ ਭਇਆ, ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣ। ਜਿੱਥੇ ਵਾਹਿਗੁਰੂ ਦਾ ਸਿਮਰਨ ਆ ਗਿਆ, ਉੱਥੋਂ ਆਦੀਆਂ ਵਿਆਦੀਆਂ ਉਪਾਦੀਆਂ ਭੱਜ ਜਾਂਦੀਆਂ। ਜਿੱਥੇ ਚੰਗਾ ਥਾਣੇਦਾਰ ਆ ਜੇ, ਡੀਸੀ ਆ ਜੇ, ਰਾਜਾ ਆ ਕੇ ਬਹਿ ਜੇ, ਉੱਥੇ ਚੋਰ ਡਾਕੂਆਂ ਦਾ ਕੀ ਕੰਮ। ਜਿੱਥੇ ਆ ਕੇ ਵਾਹਿਗੁਰੂ ਵਾਸਾ ਕਰ ਲਵੇ, ਵਾਹਿਗੁਰੂ ਦਾ ਨਾਮ ਵਾਸਾ ਕਰ ਲਵੇ, ਉੱਥੋਂ ਭਾਈ ਭਰਮ ਵਿਕਾਰ ਜਿਹੜੇ ਨੇ ਸਾਰੇ ਖੰਭਲਾ ਕੇ ਉੱਡ ਜਾਂਦੇ। ਜੈ ਹਰ ਸਿਮਰਨ ਭਇਆ, ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਧਰਨਾ। ਮੋਹਰ ਲਾਤੀ ਮਹਾਦੁੱਤਰ ਮਾਇਆ, ਜੈਸੇ ਪਵਨ ਚਲਾਇਆ, ਸੁਣ ਸੁਣ ਹੀ ਡਰਾਇਆ, ਕਰੋ ਧਰਮ ਰਹੇ। ਦੁੱਤਰ ਜਿਹੜੀ ਤਰੀ ਨਾ ਜਾਵੇ, ਦੁੱਤਰ ਮਹਾਦੁੱਤਰ ਮਾਇਆ, ਇਹੋ ਜਿਹਾ ਕਹਿੰਦੇ ਮਾਇਆ ਦਾ ਸਮੁੰਦਰ। ਆ ਹਵਾ ਜੈਸੇ ਪਵਨ ਚਲਾਇਆ, ਜਦੋਂ ਹਵਾ ਵਗਦੀ ਹੈ ਨਾ, ਛੱਲਾਂ ਉੱਠਦੀਆਂ ਨੇ ਸਮੁੰਦਰ ਦੇ ਵਿੱਚ, ਵੱਡੀਆਂ ਵੱਡੀਆਂ ਛੱਲਾਂ, ਵੱਡੀਆਂ ਵੱਡੀਆਂ ਲਹਿਰਾਂ, ਕਹਿੰਦੇ ਮਾਇਆ ਦੀਆਂ ਲਹਿਰਾਂ ਆਉਂਦੀਆਂ। ਤੇ ਅੱਗੇ ਸੁਣਿਆ ਵੀ ਧਰਮ ਰਾਜਾ ਵੀ ਕਰੜਾ ਹੈ, ਸੁਣ ਸੁਣ ਹੀ ਡਰਾਇਆ, ਕਰੋ ਧਰਮ ਰਾਇਆ, ਗ੍ਰਹਿ ਅੰਧ ਕੁਪਾਇਆ, ਪਾਵਕ ਸਗਰਾਇਆ, ਅੱਗ ਨਾਲ ਵੀ ਤੁਲਨਾ ਕੀਤੀ। ਸੋ ਕਹਿਣ ਦਾ ਭਾਵ ਹੈ, ਕਹਿੰਦੇ ਭਾਈ ਨਾਮ ਜਪੋ ਅਰਦਾਸ ਕਰੋ। ਭਾਈ ਗੰਗਾ ਰਾਮ ਜੀਆਂ ਨੇ ਕੀਤੀ ਅਰਦਾਸ। ਭਾਈ ਸਿੱਧੀ ਚੰਦ ਦੇ ਘਰ ਜਨਮ ਹੋਇਆ ਭਾਈ ਮੂਲਾ ਜੀਆਂ ਦਾ, ਜਿਹੜੇ ਜਿਨ੍ਹਾਂ ਦਾ ਸਥਾਨ ਸੁਨਾਮ ਵੀ ਬਣਿਆ ਹੋਇਆ। ਇੱਥੇ ਉਪਲੀ ਸੇਖਾ ਕੱਟੂ ਇਹਦੇ ਵਿਚਾਲੇ ਵੀ ਬਣਿਆ ਹੋਇਆ, ਬੜੇ ਸਿੱਧ ਪੁਰਖ ਹੋਏ ਹੋਏ ਭਾਈ ਮੂਲਾ ਜੀ। ਉਹਨਾਂ ਦਾ ਸਥਾਨ ਇੱਥੇ ਜੋਧਪੁਰ ਪਿੰਡ ਹੈ, ਸ਼ਹਿਣੇ ਦੇ ਕੋਲ, ਉੱਥੇ ਵੀ ਉਹਨਾਂ ਦੀ ਜਗ੍ਹਾ ਸਥਾਨ ਬਣਿਆ ਹੋਇਆ। ਉਹ ਭਾਈ ਗੰਗਾ ਰਾਮ ਜੀਆਂ ਦੇ ਬਚਨਾਂ ਨਾਲ ਉਹਨਾਂ ਦਾ ਜਨਮ ਹੋਇਆ। ਬੜੇ ਸਿੱਧ ਪੁਰਖ ਹੋਏ। ਉਹ ਵੀ ਕਹਿਣ ਦਾ ਸਾਡਾ ਭਾਵ ਕਿ ਇਹ ਨਹੀਂ, ਕਈ ਇਤਿਹਾਸ ਹੀ ਨਕਾਰੀ ਜਾਂਦੇ ਆ। ਬਠਿੰਡੇ ਤੋਂ ਚੱਲ ਕੇ ਭਾਈ ਗੰਗਾ ਰਾਮ ਜੀਆਂ ਦੀ ਵੰਸ਼ ਭਾਈ ਕਾ ਖਿਤਾਬ ਦਿੱਤਾ ਗੁਰੂ ਸਾਹਿਬਾਂ ਨੇ। ਭਾਈ ਗੰਗਾ ਰਾਮ ਦੀ ਵੰਸ਼ ਦੜਬੇ ਸੁਨਾਮ ਦੇ ਨੇੜੇ ਨਾ, ਸ਼ਾਜਲੀ ਦੇ ਨੇੜੇ ਪਿੰਡ ਹੈ ਭਾਈ ਕੀ ਪਿਸ਼ੌਰ। ਸਾਡੇ ਕਈ ਵਾਰ ਦੀਵਾਨ ਲੱਗੇ, ਬਹੁਤ ਸੰਗਤ ਉੱਥੋਂ ਆਉਂਦੀ ਹੁੰਦੀ ਹੈ। ਭਾਈ ਕੀ ਪਿਸ਼ੌਰ, ਭਾਈ ਗੰਗਾ ਰਾਮ ਬ੍ਰਾਹਮਣ ਸੀ,
ਭਾਈ ਕੀ ਪਿਸ਼ੌਰ ਉੱਥੇ ਆ ਕੇ ਉਹਨਾਂ ਦੀ ਕੁੱਲ ਜਿਹੜੀ ਆ ਉੱਥੇ ਵਸ ਗਈ। ਹੁਣ ਤਾਂ ਸੁਨਾਮ ਚੰਡੀਗੜ੍ਹ ਦੂਰ ਦੂਰ ਤੱਕ ਉੱਚੀਆਂ ਪਦਵੀਆਂ ਤੇ ਵੀ। ਅਸੀਂ ਇੱਕ ਦੇ ਉੱਥੇ ਘਰ ਗਏ, ਭਾਈ ਗੰਗਾ ਰਾਮ ਜੀਆਂ ਦੀ ਵੰਸ਼ ਵਿੱਚੋਂ ਸੀ। ਪਿੰਡ ਵਾਲੇ ਦੱਸਦੇ, ਕਹਿੰਦੇ ਅੱਜ ਤੋਂ 40-50 ਸਾਲ ਪਹਿਲਾਂ ਇਹਨਾਂ ਦੀ ਕੁੱਲ ਦਾ ਕੋਈ ਵੀ ਮਿਲ ਜਾਂਦਾ, ਉਹਨੂੰ ਮਹਾਰਾਜ ਜੀ ਕਹਿ ਕੇ ਸੱਦਦੇ ਹੁੰਦੇ। ਮਹਾਰਾਜ ਜੀ, ਭਾਈ ਗੰਗਾ ਰਾਮ ਦੀ ਕੁੱਲ ਦਾ ਕੋਈ ਵੀ ਮਿਲਣਾ ਤੇ ਮਹਾਰਾਜ ਜੀ ਕਹਿ ਕੇ ਸੱਦਿਆ ਕਰ। ਭਾਈ ਗੰਗਾ ਰਾਮ ਜੀਆਂ ਦੀ ਕੁੱਲ ਨੂੰ ਵੀ ਇੰਨਾ ਮਾਣ ਮਿਲਿਆ ਹੋਇਆ ਸੀ, ਪਰ ਉਹਨਾਂ ਨੇ ਇੱਕ ਵਪਾਰ ਇਹੋ ਜਿਹਾ ਕੀਤਾ ਹੈ। ਉਹ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ, ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਦੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਦੇ ਨਾਮ ਬਣ ਜਿਆ। ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਦੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਲੋਕੀ ਕਰਦੇ ਨੇ, ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੇ ਨੇ, ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੇ ਨੇ। ਸੋਨੇ ਚਾਂਦੀ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਪਿਆਰੇ ਜੀ, ਸਾਧੂਆਂ ਨੇ ਨਾਮ ਬਣ ਜਿਆ। ਪਿਆਰੇ ਜੀ, ਸਾਧੂਆਂ ਦੇ ਨਾਮ ਬਣ ਜਿਆ। ਪਿਆਰੇ ਜੀ, ਸਾਧੂਆਂ ਦੇ ਨਾਮ ਬਣ ਜਿਆ। ਪਿਆਰੇ ਜੀ, ਸਾਧੂਆਂ ਦੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਦੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ। ਸਾਧੂਆਂ ਦੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਦੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਦੇ ਨਾਮ ਬਣ ਜਿਆ। ਸਾਧੂਆਂ ਨੇ ਨਾਮ ਬਣ ਜਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਦੇ ਨਾਮ ਬਣ ਜਿਆ। ਸੋ ਏਦਾਂ ਆਪਾਂ ਅੱਜ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਸੋ ਕੱਲ ਨੂੰ ਵੀ ਇਸੇ ਤਰ੍ਹਾਂ ਦੀਵਾਨ ਸਜਣਗੇ ਤੇ ਪਰਸੋਂ ਨੂੰ 15 ਤਰੀਕ ਨੂੰ ਜੋ 10 ਵਜੇ ਤੋਂ 9:30 ਵਜੇ ਤੋਂ ਸਮਾਗਮ ਆਰੰਭ ਹੋ ਜਾਂਦੇ ਹੈ। 11 ਵਜੇ ਦੇ ਨਾਲ ਆਨੰਦ ਕਾਰਜ ਹੋਣਗੇ। ਸੋ ਜਿੱਥੋਂ ਵੀ ਬਰਾਤਾਂ ਆਉਣੀਆਂ, ਤੁਹਾਡੇ ਕੋਲ ਸਾਰਿਆਂ ਕੋਲ ਫੋਨ ਹੋਣੇ ਆ, ਸੰਪਰਕ ਨੰਬਰ ਹੋਣੇ ਆ। ਸਾਰਿਆਂ ਨੂੰ ਪਹਿਲਾਂ ਹੀ ਸੁਨੇਹਾ ਤੁਸੀਂ ਦੇ ਦਿਓ ਕਿ ਸਮੇਂ ਸਿਰ ਆਉਣ ਦੀ ਸੰਗਤ ਜਿਹੜੀ ਹੈ ਪਰਿਵਾਰ ਨੇ ਉਹ ਖੇਚਲਾ ਕਰਨ। ਸੋ ਪਰਸੋਂ ਨੂੰ ਆਨੰਦ ਕਾਰਜ ਹੋਣਗੇ। ਅਸੀਂ ਸੁਨੇਹਾ ਦੇਵਾਂਗੇ, ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗੇ ਇਲਾਕੇ ਦੀਆਂ ਵੱਧ ਚੜ ਕੇ ਕੱਲ ਨੂੰ ਵੀ ਪਰਸੋਂ ਨੂੰ ਵੀ ਸੇਵਾ 'ਚ ਹਾਜ਼ਰ ਹੋਣਾ ਹੈ, ਦੀਵਾਨਾਂ 'ਚ ਹਾਜ਼ਰੀ ਭਰਨੀ ਹੈ। ਇਹ ਪਰਉਪਕਾਰ ਦੇ ਕਾਰਜ ਹੁੰਦੇ ਹੈ ਤੇ ਪਰਉਪਕਾਰ ਦੇ ਕਾਰਜਾਂ ਨੂੰ ਗੁਰੂ ਘਰ ਵਿੱਚ ਬਹੁਤ ਵੱਡੀ ਮਾਨਤਾ ਮਹਾਰਾਜ ਨੇ ਦਿੱਤੀ ਹੈ। ਪਰਉਪਕਾਰ ਦੀ ਖਾਤਰ ਕਿਸੇ ਦਾ ਧਰਮ ਬਚਾਉਣ ਵਾਸਤੇ ਆਪਾਂ ਤਾਂ ਬੋਤਲ ਖੂਨ ਦੀ ਨਹੀਂ ਦਿੰਦੇ।
ਸਤਿਗੁਰਾਂ ਨੇ ਕਿਸੇ ਦਾ ਧਰਮ ਬਚਾਉਣ ਵਾਸਤੇ 3 ਸਿੱਖਾਂ ਸਮੇਤ ਦਿੱਲੀ ਵਿਖੇ ਆਪਣਾ ਸੀਸ ਦੇ ਦਿੱਤਾ ਜਾ ਕੇ। ਐਦੋਂ ਵੱਡਾ ਪਰਉਪਕਾਰ ਦੁਨੀਆ ਤੇ ਕਦੇ ਵੀ ਨਹੀਂ ਹੋਇਆ ਹੋਣਾ। ਆਪਣੇ ਧਰਮ ਵਾਸਤੇ ਸ਼ਹੀਦੀਆਂ ਹੁੰਦੀਆਂ ਰਹਿਣਗੀਆਂ। ਕਿਸੇ ਪਰਾਏ ਦੇ ਧਰਮ ਵਾਸਤੇ ਸ਼ਹਾਦਤ ਦੇਣੀ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ। ਐਦੋਂ ਵੱਡਾ ਪਰਉਪਕਾਰ ਕੋਈ ਹੋਰ ਨਹੀਂ ਹੋ ਸਕਦਾ। ਸੋ ਪਰਉਪਕਾਰ ਨੂੰ ਬੜੀ ਮਾਨਤਾ। ਅਰਦਾਸ ਜਦੋਂ ਸਮਾਪਤੀ ਹੁੰਦੀ ਹੈ, ਕਹਿ ਕੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਸਰਬੱਤ ਦੇ ਵਿੱਚ ਆਪਾਂ ਵੀ ਥੋੜਾ ਬਹੁਤਾ ਹਿੱਸਾ ਪਾਈਏ, ਯੋਗਦਾਨ ਪਾਈਏ। ਸੋ ਇਸੇ ਤਰ੍ਹਾਂ ਇਹ ਸਮਾਗਮਾਂ ਤੋਂ ਬਾਅਦ 21 ਮਾਰਚ ਨੂੰ ਖੇੜੀ ਸਾਹਿਬ ਵਿਖੇ ਜੋ ਜਥੇ ਦਾ ਮੁੱਖ ਸਥਾਨ ਹੈ, ਤੁਹਾਨੂੰ ਪਤਾ ਹੈ, ਗੁਰਦੁਆਰਾ ਗੁਰਪ੍ਰਕਾਸ਼ ਖੇੜੀ ਸਾਹਿਬ ਵਿਖੇ 21 ਮਾਰਚ ਨੂੰ ਲੋੜਵੰਦ ਪਰਿਵਾਰਾਂ ਦੀਆਂ ਬੀਬੀਆਂ ਦੀਆਂ ਸ਼ਾਦੀਆਂ ਹੋ ਰਹੀਆਂ ਨੇ। ਇੱਥੇ ਕੋਈ ਆਵੇ, ਕਿਉਂਕਿ ਹੁਣ ਤੁਹਾਡੇ ਕੋਲ ਸਮਾਂ ਲੰਘ ਚੁੱਕਿਆ ਹੈ। ਸਾਰੀ ਤਿਆਰੀ, ਸਾਰਾ ਸਮਾਨ ਜੋ ਲਿਆਉਣਾ ਹੁੰਦਾ, ਕੋਈ ਹੋਰ ਪਰਿਵਾਰ ਆਵੇ ਤਾਂ ਉੱਥੇ ਖੇੜੀ ਸਾਹਿਬ ਸੰਗਤ ਭੇਜ ਸਕਦੀ ਹੈ, ਤੁਸੀਂ ਭੇਜ ਸਕਦੇ ਹੋ। ਸੋ ਆਓ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰੇ, ਸਾਰਾ ਸਮਾਗਮ ਅਰਦਾਸ ਹੈ ਗੁਰੂ ਅੱਗੇ ਨਿਰਵਿਘਨਤਾ ਸਹਿਤ ਸੰਪੂਰਨ ਹੋਵੇ। ਸਾਰਿਆਂ ਨੂੰ ਮਹਾਰਾਜ ਸੇਵਾ ਕਰਨ ਦਾ ਚੜ੍ਹਦੀ ਕਲਾ ਦੇ ਨਾਲ ਬਲ ਬਖਸ਼ੇ। ਆਪਣੇ ਕਾਰਜ ਆਪਣੇ ਜਾਣ ਕੇ ਸਤਿਗੁਰੂ ਰਾਸ ਕਰਾਏ। ਸੋ ਇੰਨੀਆਂ ਵਿਚਾਰਾਂ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ